ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਸੀਂ ਵੀ ਆਇਲਸ ਦੀ ਟ੍ਰੇਨਿੰਗ ਦਿੰਦੇ ਹੋ, ਤੁਸੀਂ ਕਈ ਵਾਰ ਜਦੋਂ ਤੁਹਾਡੇ ਕੋਲ ਬੱਚੇ ਆਉਂਦੇ ਨੇ ਕਿ ਤੁਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਹੋ ਕਿ ਤੁਸੀਂ ਆਇਲਸ ਕਿਉਂ ਕਰਨਾ ਚਾਹੁੰਦੇ ਹੋ? ਸਭ ਤੋਂ ਵੱਡਾ ਮਕਸਦ ਇਹ ਸੀ ਵੀ ਜਿਹੜਾ ਵੀ ਇਸ ਇੰਸਟੀਚਿਊਟ 'ਚ ਆਉਂਦਾ ਹੈ ਉਹਦੀ ਪਰਸਨੈਲਿਟੀ ਕਿੱਦਾਂ ਚੇਂਜ ਕਰ ਸਕਦੇ ਹਾਂ ਆਪਾਂ, ਓਵਰਆਲ ਪਰਸਨੈਲਿਟੀ। ਕਿ ਜੇ ਆਰਥਿਕ ਤੌਰ ਤੇ ਫੈਮਿਲੀ ਸਹੀ ਹੈ ਤਾਂ ਉਹਦੇ 'ਚ ਮੇਲ ਆ ਜਿਹੜਾ ਉਹ ਘਰੋਂ ਬਾਹਰ ਜਾ ਕੇ ਕੰਮ ਕਰ ਸਕਦਾ, ਪਰ ਫੀਮੇਲ ਨੂੰ ਉਹ ਆਪਣੀ ਚੋਇਸ ਨਾਲ ਹੀ ਇਹ ਚੀਜ਼ ਦੇ ਦਿੰਦੇ ਆ ਕਿ ਤੁਸੀਂ ਘਰੇ ਰਹੋ, ਤੁਹਾਨੂੰ ਜੌਬ ਦੀ ਜ਼ਰੂਰਤ ਨਹੀਂ ਹੈਗੀ, ਹੈ ਨਾ। ਇੰਗਲਿਸ਼ ਤਾਂ ਜਿਹੜੀ ਪੜ੍ਹਾਉਣੀ ਹੈ 4 ਮੋਡਿਊਲਸ ਪੜ੍ਹਾਉਣੇ ਆ ਡੈਫੀਨੇਟਲੀ, ਪਰ ਇਹ ਜ਼ਰੂਰ ਇੱਕ ਜ਼ਿੰਮੇਵਾਰੀ ਫੀਲ ਕਰੀਦੀ ਹੈ ਵੀ ਇਹਨਾਂ ਨੂੰ ਜੇ ਇਸ ਇੰਸਟੀਚਿਊਟ 'ਚ ਆਏ ਆ ਤਾਂ ਦੇ ਸ਼ੁੱਡ ਵਾਕ ਆਊਟ ਵਿਦ ਦਾ ਕੌਨਫੀਡੈਂਸ ਕਿ ਜ਼ਿੰਦਗੀ ਹੈ ਇਸ ਤਰ੍ਹਾਂ ਅਸੀਂ ਫੇਸ ਕਰਨੀ ਹੈ ਕਿ ਇਹ ਮੈਂ ਹਾਂ। ਆਪਣੀ ਹਮੇਸ਼ਾ ਘਰਾਂ ਦੇ ਵਿੱਚ ਕੀ ਡਿਸਕਸ਼ਨ ਹੁੰਦੀ ਹੈ ਬੱਚਿਆਂ ਦੀ ਤੇ ਪੇਰੈਂਟਸ ਦੀ, ਉਹਨਾਂ ਨੂੰ ਦੱਸਿਆ ਜਾਂਦਾ ਕਿ ਪ੍ਰੋਫੈਸ਼ਨ ਕਿਹੜੇ ਨੇ, ਡਾਕਟਰ, ਇੰਜੀਨੀਅਰ ਤੇ ਟੀਚਰ। ਕਹਿੰਦੇ ਕਦੇ ਪੇਰੈਂਟਸ ਇਹ ਨਹੀਂ ਕਹਿੰਦੇ ਕਿ ਜਿਹੜੀ ਤੁਸੀਂ ਕੰਧ ਦੇ ਉੱਪਰ ਘੜੀ ਚੱਲਦੀ ਦੇਖ ਰਹੇ ਹੋ ਤੁਹਾਨੂੰ ਪਤਾ ਇਹ ਵੀ ਕਿਸੇ ਨੇ ਬਣਾਈ ਹੋਊਗੀ। ਜਦੋਂ ਦੋਨੋਂ ਜਾਣੇ ਹਸਬੈਂਡ ਵਾਈਫ ਖਾਸ ਤੌਰ ਤੇ ਆਪਣੀਆਂ ਕੰਮਾਂ ਦੇ ਵਿੱਚ ਜਾਂ ਆਪਣੀ ਥਾਂ ਦੇ ਉੱਪਰ ਬਿਜ਼ੀ ਹੁੰਦੇ ਨੇ, ਉਹ ਇੱਕ ਹੈਲਦੀ ਰਿਲੇਸ਼ਨਸ਼ਿਪ ਬਿਲਡ ਕਰਨ ਲਈ ਕਿੰਨਾ ਹੈਲਪਫੁਲ ਹੁੰਦਾ। ਜਿਨ੍ਹਾਂ ਦੀ ਮਤਲਬ ਇੱਕ ਪੁਰਾਣੀ ਸੋਚ ਬਣੀ ਹੋਈ ਹੁੰਦੀ ਆ ਦਿਮਾਗ 'ਚ, ਉਹਦੇ 'ਚੋਂ ਬਹੁਤ ਸਾਰੇ ਲੋਕ ਇਹ ਕਹਿਣਗੇ ਵੀ ਕੁੜੀ ਪੜ੍ਹੀ ਲਿਖੀ ਹੋਊ, ਜ਼ਰੂਰ ਕਮਾਉਂਦੀ ਹੋਊਗੀ, ਹੈ ਨਾ। ਵੀ ਪੁਰਾਣੀਆਂ ਲੇਡੀਜ਼ ਤਾਂ ਚੱਲ ਲੈਂਦੀਆਂ ਸੀ, ਹੁਣ ਦੀਆਂ ਜਿਹੜੀਆਂ ਇੰਡੀਪੈਂਡੈਂਟ ਨੇ ਉਹ ਨਹੀਂ ਗੱਲ ਸੁਣਦੀਆਂ। ਬਾਹਰ ਜਾ ਕੇ ਸਿਰਫ ਮੈਂ ਪੜ੍ਹ ਕੇ ਵਾਪਸ ਵੀ ਆਉਣਾ ਹੈ ਤਾਂ ਮੈਂ ਇੱਥੇ ਆ ਕੇ ਕੀ ਕੰਟਰੀਬਿਊਟ ਕਰਨਾ ਆਪਣੇ ਕੰਟਰੀ ਲਈ, ਤੇ ਇਹ ਬੜਾ ਪਰਪਸ ਕਲੀਅਰ ਹੋਣਾ ਚਾਹੀਦਾ। ਡਿਪਰੈਸ਼ਨ ਦੇ ਚਾਂਸਸ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਜਦੋਂ ਵਾਈਫ ਘਰ ਬੈਠੀ ਹੈ ਤੇ ਹਸਬੈਂਡ ਹਮੇਸ਼ਾ ਬਾਹਰ ਹੈ ਤਾਂ ਬਿਲਕੁਲ ਜ਼ਿਆਦਾ ਹੁੰਦੇ ਆ। ਫੀਮੇਲ ਲਈ ਮਤਲਬ ਜਦੋਂ ਆਪਾਂ ਕੋਈ ਬਿਜ਼ਨਸ ਚੂਜ਼ ਕਰਨਾ ਚਾਹੁੰਦੇ ਹਾਂ ਤਾਂ ਬਹੁਤ ਰੇਅਰ ਆ ਕਿ ਫੈਮਿਲੀ ਤੁਹਾਡੇ ਤੇ ਭਰੋਸਾ ਕਰੂ ਕਿ ਹਾਂ ਤੁਸੀਂ ਇੰਨਾ ਪੈਸਾ ਜਿਹੜਾ ਅਸੀਂ ਲਾ ਦਈਏ ਤੇਰੇ ਤੇ, ਹੈ ਨਾ। ਸਾਡੇ ਵਿਊਅਰ ਹੀ ਕਈ ਵਾਰ ਸਾਨੂੰ ਸਵਾਲ ਕਰ ਲੈਂਦੇ ਨੇ ਕਿ ਸਾਡੇ ਆਪਸ ਦੇ ਵਿੱਚ ਹਸਬੈਂਡ ਵਾਈਫ 'ਚ ਬਹੁਤ ਜ਼ਿਆਦਾ ਕਲੈਸ਼ ਹੋ ਰਹੇ ਨੇ, ਫੈਮਿਲੀ ਐਡਜਸਟਮੈਂਟ ਨਹੀਂ ਹੋ ਰਹੀ ਹੈਗੀ, ਜਸਟ ਦੈਟ ਮੈਂ ਡਿਪਰੈਸ਼ਨ 'ਚ ਹਾਂ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਮੈਂ ਘਰ ਤੋਂ ਬਾਹਰ ਜਾ ਕੇ ਕੰਮ ਕਰਾਂ। ਰੀਅਲ ਪਿਕਚਰ ਦੇ ਕੇ ਭੇਜੀਏ ਬੱਚਿਆਂ ਨੂੰ, ਜੇ ਭੇਜਣਾ ਵੀ ਹੈ ਤਾਂ ਇੱਕ ਰੀਅਲ ਪਿਕਚਰ ਹੋਏ ਵੀ ਇੱਦਾਂ ਸਟਰਗਲ ਕਰਨਾ ਪਏਗਾ, ਇਸ ਤਰ੍ਹਾਂ ਪੜ੍ਹਨਾ ਵੀ ਹੈ, ਮੈਨੇਜ ਵੀ ਕਰਨਾ, ਤਾਂ ਦੇਅਰ ਸ਼ੁੱਡ ਬੀ ਬੈਲੈਂਸ ਇਨ ਲਾਈਫ। ਕਈ ਕੁੜੀਆਂ ਨੂੰ ਇਹ ਹੁੰਦਾ ਕਿ ਬਸ ਠੀਕ ਆ ਮੇਰੀ ਲਾਈਫ ਸੈਟਲ ਆ, ਮੇਰੇ ਚੰਗੇ ਪਰਿਵਾਰ 'ਚ ਮੈਂ ਵਿਆਹੀ ਗਈ, ਹੁਣ ਲਾਈਫ ਈਜ਼ੀ ਆ। ਤਾਂ ਮੈਨੂੰ ਲੱਗਦਾ ਹੁੰਦਾ ਕਿ ਆਪਣਾ ਇੱਕ ਥਾਟ ਤੇ ਓਪੀਨੀਅਨ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਤੇ ਭੈਣ ਰੁਪਿੰਦਰ ਸੰਧੂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਅਕਸਰ ਜਦੋਂ ਕਿਤੇ ਟੀਚਰਸ ਡੇ ਆਉਣਾ ਹੁੰਦਾ ਤਾਂ ਬਹੁਤ ਸਾਰੇ ਟੀਚਰਸ ਰਿਲੇਟਡ ਆਪਾਂ ਕੋਟਸ ਪੜ੍ਹਦੇ ਹੁੰਦੇ ਹਾਂ, ਤਾਂ ਇੱਕ ਮੈਨੂੰ ਚੰਗਾ ਲੱਗਦਾ ਹੁੰਦਾ ਜਿਹੜਾ ਕਿ ਅਸੀਂ ਅਕਸਰ ਆਪਣੇ ਟੀਚਰਸ ਨੂੰ ਲਿਖ ਕੇ ਭੇਜਦੇ ਹੁੰਦੇ ਸੀਗੇ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਹੁੰਦਾ ਜਿਹੜਾ ਖੁਦ ਜਲ ਕੇ ਦੂਜਿਆਂ ਦਾ ਭਵਿੱਖ ਜਾਂ ਆਪਣੇ ਵਿਦਿਆਰਥੀਆਂ ਦਾ ਭਵਿੱਖ ਰੋਸ਼ਨ ਕਰਦਾ ਹੈ। ਸੋ ਅੱਜ ਇਹ ਪ੍ਰੋਗਰਾਮ ਗੱਲ ਤੇ ਗੱਲ 'ਚ ਸਾਡੇ ਨਾਲ ਇੱਕ ਅਧਿਆਪਕ ਹੋਣਗੇ ਜਿਹੜੇ ਪਹਿਲਾਂ ਇੱਕ ਕਾਲਜ ਦੇ ਵਿੱਚ ਇੰਗਲਿਸ਼ ਦੇ ਪ੍ਰੋਫੈਸਰ ਰਹੇ ਨੇ। ਅਰਲੀ ਰਿਟਾਇਰਮੈਂਟ ਲੈ ਕੇ ਉਹਨਾਂ ਨੇ, ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਉਹਨਾਂ ਨੇ ਆਪਣਾ ਇੱਕ ਬਿਜ਼ਨਸ ਸ਼ੁਰੂ ਕੀਤਾ। ਬੱਚਿਆਂ ਨੂੰ ਹੁਣ ਇੰਗਲਿਸ਼ ਅਤੇ ਆਇਲਸ ਟ੍ਰੇਨਿੰਗ ਦਿੰਦੇ ਨੇ। ਮੈਡਮ ਪੁਨੀਤ ਸੋਢੀ ਸਾਡੇ ਨਾਲ ਅੱਜ ਹੋਣਗੇ ਗੱਲ ਤੇ ਗੱਲ ਵਿੱਚ। ਉਹਨਾਂ ਨੂੰ ਇਸ ਪ੍ਰੋਗਰਾਮ 'ਚ ਲਿਆਉਣ ਦਾ ਮਕਸਦ ਇੰਨਾ, ਘਰੋਂ ਵਿੱਤੀ ਤੌਰ ਤੇ ਬਹੁਤ ਚੰਗੇ ਨੇ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਸੀ ਜਾ ਕੇ ਨੌਕਰੀ ਕਰਨ ਦੀ। ਇਹ ਥਾਟ ਸਾਡੇ ਅਕਸਰ ਦਿਮਾਗ ਦੇ ਵਿੱਚ ਰਹਿੰਦਾ ਹੈ ਕਿ ਨੌਕਰੀ ਹਮੇਸ਼ਾ ਉਹੀ ਬੰਦਾ ਕਰਦਾ, ਉਹੀ ਇਨਸਾਨ ਕਰਦਾ ਜਿਹੜਾ ਕਿ ਘਰੋਂ ਮਾਲੀ ਤੌਰ ਤੇ ਠੀਕ ਨਹੀਂ ਹੁੰਦਾ। ਆਪਾਂ ਹਮੇਸ਼ਾ ਹੀ ਗੱਲ ਕਰਦੇ ਆਉਂਦੇ ਹੁੰਦੇ ਹਾਂ ਗੱਲ ਤੇ ਗੱਲ 'ਚ ਕਿ
ਜ਼ਰੂਰੀ ਨਹੀਂ ਹੁੰਦਾ ਕਿ ਜੇ ਤੁਸੀਂ ਘਰੋਂ ਬਹੁਤ ਚੰਗੇ ਹੋ, ਆਰਥਿਕ ਤੌਰ ਤੇ ਤੁਹਾਡੀ ਹਾਲਤ ਬਹੁਤ ਸਹੀ ਆ, ਤਾਂ ਤੁਹਾਨੂੰ ਜੌਬ ਦੀ ਲੋੜ ਨਹੀਂ ਹੁੰਦੀ। ਨੌਕਰੀ ਕਰਨ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ। ਸੋ ਅੱਜ ਇਹ ਉਹਨਾਂ ਦੇ ਨਾਲ ਆਪਾਂ ਡਿਸਕਸ ਕਰਾਂਗੇ। ਤੇ ਦੂਸਰਾ ਇਹ ਆ ਕਿ ਕਈ ਵਾਰੀ ਲੋਕੀ ਰਿਟਾਇਰਮੈਂਟ ਤੱਕ ਔਖੇ ਹੋ ਕੇ ਨੌਕਰੀ ਕਰਦੇ ਨੇ, ਅਤੇ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋ ਜਾਂਦੀ ਹੈ, ਉਸ ਤੋਂ ਬਾਅਦ ਦੀ ਜਿਹੜੀ ਉਹਨਾਂ ਦੀ ਜ਼ਿੰਦਗੀ ਹੁੰਦੀ ਆ, ਬਹੁਤ ਸਾਰੇ ਲੋਕਾਂ ਦੀ ਉਹ ਡਿਪਰੈਸ਼ਨ ਦੇ ਵਿੱਚ ਜਾਂਦੀ ਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਕਰਨ ਲਈ ਕੁਝ ਵੀ ਨਹੀਂ ਹੈ। ਇਸ ਵਿਸ਼ੇ ਦੇ ਉੱਪਰ ਵੀ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਪੁਨੀਤ ਸੋਢੀ ਮੈਮ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ। ਸਵਾਗਤ ਕਰਦੇ ਉਹਨਾਂ ਦਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ। ਤੁਹਾਨੂੰ ਜੀ ਆਇਆਂ ਨੂੰ ਬੀ ਸੋਸ਼ਲ ਤੇ ਅਤੇ ਗੱਲ ਤੇ ਗੱਲ ਪ੍ਰੋਗਰਾਮ 'ਚ। ਥੈਂਕ ਯੂ ਸੋ ਮੱਚ। ਮੈਂ ਤੁਹਾਡੀ ਬੜੀ ਫੈਨ ਹਾਂ। ਮੈਨੂੰ ਬਹੁਤ ਅੱਛਾ ਲੱਗਦਾ ਵੀ ਤੁਸੀਂ ਜਿਹੜੇ ਪ੍ਰੋਗਰਾਮ ਕਰਦੇ ਹੋ ਹਮੇਸ਼ਾ ਐਜੂਕੇਟਿਵ ਹੁੰਦੇ ਆ ਅਤੇ ਇੱਕ ਫੋਕਸ ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ ਆਉਂਦੇ ਆ। ਬਹੁਤ ਚੰਗਾ ਲੱਗਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗੀ ਕਿ ਆਪਾਂ ਨੂੰ ਇਹ ਹੁੰਦਾ, ਲੋਕੀ ਅਕਸਰ ਆਪਣੀ ਉਮਰ ਗਿਣਦੇ ਰਹਿੰਦੇ ਆ ਵੀ ਹਲੇ ਤਾਂ ਮੇਰੇ 10 ਸਾਲ ਪਏ ਨੇ, ਨੌਕਰੀ ਦੇ 10 ਸਾਲ ਪਏ ਨੇ, ਜਾਂ ਜਦੋਂ 3 ਜਾਂ 4 ਸਾਲ ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਬੜੀ ਫਿਕਰ ਹੋਣੀ ਸ਼ੁਰੂ ਹੋ ਜਾਂਦੀ ਆ। ਤਾਂ ਉਹ ਆਪਣੀ ਫੈਮਿਲੀ ਨੂੰ ਜਾਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਗਾਈਡ ਕਰਨ ਲੱਗ ਜਾਂਦੇ ਨੇ ਕਿ ਮੇਰੇ ਕੋਲੇ ਹੁਣ 3-4 ਸਾਲ ਹੀ ਆ ਨੌਕਰੀ, ਤੇ ਆਪਾਂ ਜੇ ਕੋਈ ਵੱਡਾ ਕੰਮ ਕਰਨਾ ਤਾਂ ਆਪਾਂ ਹੁਣੇ ਹੀ ਕਰ ਲਈਏ ਕਿਉਂਕਿ ਹਲੇ ਪੈਸਾ ਆਉਂਦਾ ਆ। ਪਰ ਤੁਸੀਂ 2025 'ਚ ਮੈਨੂੰ ਲੱਗਦਾ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਰਿਟਾਇਰ ਹੋਣਾ ਸੀ, ਪਰ ਤੁਸੀਂ ਕਾਫੀ ਸਾਲ ਪਹਿਲਾਂ ਰਿਟਾਇਰਮੈਂਟ ਲਈ ਆਪਣੀ। ਇਹ ਤੁਸੀਂ ਕਿਉਂ ਲਈ? ਇਹਦੇ ਮੈਂ ਕਹੂੰਗੀ ਕਿ 2-3 ਰੀਜ਼ਨਸ ਨੇ ਕਿ ਮੈਂ ਸਭ ਤੋਂ ਪਹਿਲਾਂ ਮੈਂ ਕਹੂੰਗੀ ਕਿ ਮੈਂ ਹਮੇਸ਼ਾ ਪੈਸ਼ਨੇਟ ਰਹੀ ਹਾਂ ਅਬਾਊਟ ਮਾਈ ਵਰਕ। ਮੈਂ ਜੋ ਵੀ, ਚਾਹੇ ਜਦੋਂ ਮੈਂ ਸਟੂਡੈਂਟ ਸੀ ਅਤੇ ਮੈਂ ਉਦੋਂ ਆਪਣੇ ਪੜ੍ਹਾਈ ਨੂੰ ਲੈ ਕੇ ਪੈਸ਼ਨੇਟ ਸੀ। ਨੋਟ ਦੈਟ ਵੀ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਵੀ ਕਿਤਾਬੀ ਕੀੜਾ, ਬਟ ਮੈਨੂੰ ਇਹ ਲੱਗਦਾ ਸੀਗਾ ਕਿ ਹਰ ਇੱਕ ਪਰਸਨੈਲਿਟੀ ਦੇ ਵਿੱਚ ਅਲੱਗ-ਅਲੱਗ ਟੈਲੈਂਟਸ ਹੁੰਦੇ ਆ। ਪੜ੍ਹਾਈ ਵੀ, ਉਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ। ਮੈਨੂੰ ਜਿੱਦਾਂ ਕ੍ਰੀਏਟਿਵ ਰਾਈਟਿੰਗ ਦਾ ਸ਼ੌਕ ਸੀ, ਪੇਂਟਿੰਗ ਦਾ ਸ਼ੌਕ ਸੀ। ਅਤੇ ਜਦੋਂ ਮੈਂ ਜੋਬ ਜੁਆਇਨ ਕੀਤੀ ਤਾਂ ਮੈਂ ਕਾਫੀ ਯੰਗ ਸੀ ਉਸ ਵੇਲੇ। 91 ਦੇ ਵਿੱਚ ਮੈਂ ਇੱਥੇ ਗਰਲਸ ਕਾਲਜ ਜੁਆਇਨ ਕੀਤਾ, ਅਤੇ ਮੈਂ ਇੱਕ ਮੂਮੈਂਟ ਆਈ ਵੁੱਡ ਸੇ ਕਿ ਮੈਂ ਆਪਣਾ ਉੱਥੇ ਇੰਜੋਏ ਕੀਤਾ, ਕਿਉਂਕਿ ਇੱਦਾਂ ਲੱਗਦਾ ਸੀ ਕਿ ਜੋ ਮੈਂ ਗੇਨ ਕੀਤਾ ਵੀ ਆਈ ਸ਼ੁੱਡ ਬੀ ਏਬਲ ਟੂ ਪਾਸ ਇਟ ਔਨ। ਅਤੇ ਫਿਰ ਹੌਲੀ ਹੌਲੀ ਇਸ ਤਰ੍ਹਾਂ ਹੋਇਆ ਕਿ ਸਾਡਾ ਬੇਟਾ ਕੈਨੇਡਾ ਚਲਾ ਗਿਆ ਅਤੇ ਸਾਡੀ ਫੈਮਿਲੀ PR ਆ ਗਈ। ਅਤੇ ਬੇਟਾ ਬਿਕੋਜ਼ ਕਾਫੀ ਛੋਟਾ ਸੀ, 16 ਸਾਲ ਦਾ ਸੀ ਜਦੋਂ ਹੋ ਗਿਆ, ਤਾਂ ਉਹਦੇ ਕੋਲ ਕਾਫੀ ਚੱਕਰ ਮੇਰੇ ਲੱਗਦੇ ਸੀ। ਅਤੇ ਨੋ ਡਾਊਟ ਮੇਰੀ ਜੋਬ ਅਲਾਓ ਕਰਦੀ ਸੀ ਮੈਨੂੰ ਕਿ ਮੈਂ ਵਿਦਆਊਟ ਪੇ ਲੈ ਕੇ ਚਲੇ ਜਾਵਾਂ, ਬਟ ਮੈਨੂੰ ਇਹ ਲੱਗਦਾ ਸੀ ਕਿ ਮੇਰੀ ਕਮਿਟਮੈਂਟ ਹੈ ਸਟੂਡੈਂਟਸ ਨਾਲ। ਕਿਉਂਕਿ ਇੱਕ, ਜਿਸ ਤਰ੍ਹਾਂ ਤੁਸੀਂ ਸ਼ੁਰੂ ਦੇ ਵਿੱਚ ਬੜੀ ਪਿਆਰੀ ਐਗਜ਼ਾਮਪਲ ਦਿੱਤੀ ਕਿ ਇੱਕ ਅਧਿਆਪਕ ਇੱਕ ਮੋਮਬੱਤੀ ਵਾਂਗੂ ਹੁੰਦਾ ਹੈ ਨਾ। ਸੋ ਇਹ ਤੁਸੀਂ ਐਕਸੈਪਟ ਕਰਦੇ ਹੋ ਵੀ ਤੁਹਾਡਾ ਰੋਲ ਕੀ ਹੈ, ਤੁਹਾਡੀ ਕਮਿਟਮੈਂਟ ਕਿੰਨੀ ਹੈ ਬੱਚੇ ਨਾਲ। ਅਤੇ ਮੈਨੂੰ ਇਹ ਲੱਗਦਾ ਸੀ ਕਿ ਮੈਂ ਜੇ ਜਿਸ ਤਰ੍ਹਾਂ 2-3 ਮਹੀਨੇ ਪੜ੍ਹਾਇਆ ਅਤੇ ਉਸ ਤੋਂ ਬਾਅਦ 5-6 ਮਹੀਨੇ ਲਈ ਵਿਦਆਊਟ ਪੇ ਲੈ ਕੇ ਬੇਟੇ ਕੋਲ ਚਲੇ ਗਈ, ਚਾਹੇ ਮੈਨੂੰ ਅਗੇਨ ਬੜੀ ਪ੍ਰੋਵੀਜ਼ਨ ਮਿਲੀ ਹੋਈ ਸੀ, ਬਟ ਇਟ ਡਿਡ ਨਾਟ ਫੀਲ ਗੁੱਡ। ਮੈਨੂੰ ਲੱਗਦਾ ਸੀ ਵੀ ਬੱਚੇ ਮੇਰੇ ਨਾਲ ਜੁੜੇ ਹੋਏ ਆ ਅਤੇ ਜਾਂ ਤਾਂ ਮੈਂ ਸ਼ੁਰੂ ਹੀ ਨਾ ਕਰਾਂ ਉਹ ਸੈਸ਼ਨ। ਸੋ ਇਹ ਡਿਸੀਜਨ ਮੈਂ ਇਸ ਲਈ ਲਿਆ ਕਿ ਨਹੀਂ, ਜੇ ਮੈਨੂੰ ਆਪਣੇ ਬੇਟੇ ਕੋਲ ਹੁਣ ਜਾਣ ਦੀ ਜ਼ਰੂਰਤ ਹੈ ਤਾਂ ਡਜ਼ ਨਾਟ ਮੈਟਰ ਕਿ ਮੇਰੀ ਜੋਬ ਕਿੰਨੀ ਕੁ ਸਿਕਿਉਰ ਹੈ, ਅੱਛੀ ਸੈਲਰੀ ਮਿਲ ਰਹੀ ਹੈ, ਐਂਡ ਇੱਕ ਪ੍ਰੋਫੈਸਰ ਦੀ ਜੋਬ ਬੜੀ ਵੈਲ ਪੇਡ ਹੁੰਦੀ ਹੈ, ਬਟ ਮੈਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਮੇਰੀ ਕਮਿਟਮੈਂਟ ਸਟੂਡੈਂਟਸ ਨਾਲ ਕਿੰਨੀ ਹੈ। ਅਤੇ ਫਿਰ ਮੈਂ ਜਦੋਂ ਮੈਨੂੰ ਲੱਗਿਆ ਕਿ ਨਾਓ ਆਈ ਕੈਨ ਸਟੇ ਬੈਕ, ਅਤੇ ਉੱਥੇ ਕੈਨੇਡਾ ਵੀ ਮੈਨੂੰ ਕਿਉਂਕਿ ਐਜੂਕੇਸ਼ਨ ਫੀਲਡ ਰਿਹਾ, ਅਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਾਫੀ ਪੈਸ਼ਨੇਟ ਹਾਂ। ਮੈਨੂੰ ਇਹ ਲੱਗਦਾ ਕਿ ਇੱਕ ਅਧਿਆਪਕ ਦਾ ਕਿੱਤਾ, ਵੈਸੇ ਤਾਂ ਸਾਰੇ ਕਿੱਤੇ ਮੈਨੂੰ ਲੱਗਦਾ ਵੀ ਜਦੋਂ ਆਪਾਂ ਇੱਕ ਦੂਸਰੇ ਦੇ ਕੰਟੈਕਟ 'ਚ ਆਉਂਦੇ ਹਾਂ ਤਾਂ ਲਾਈਫ ਚੇਂਜਿੰਗ ਹੁੰਦੇ ਆ। ਆਪਾਂ ਕਿਸੇ ਨੂੰ ਵੀ ਮਿਲਦੇ ਹਾਂ ਤਾਂ ਲਾਈਫ ਚੇਂਜਿੰਗ ਹੁੰਦਾ ਹੈ ਨਾ, ਪਰ ਇੱਕ ਅਧਿਆਪਕ ਦਾ ਹੋਰ ਵੀ ਜ਼ਿਆਦਾ ਇਹ ਡਿਊਟੀ ਬਣ ਜਾਂਦੀ ਹੈ। ਅਤੇ ਮੈਂ ਕੈਨੇਡਾ ਕੁਝ ਸਕੂਲਸ 'ਚ ਵੀ ਪੜ੍ਹਾਇਆ, ਕਿਉਂਕਿ ਉੱਥੇ ਵੀ ਮੈਨੂੰ ਇੱਦਾਂ ਲੱਗਦਾ ਸੀ ਕਿ ਨਹੀਂ, ਮੈਂ ਕੁਝ ਕਰਨਾ ਲਾਈਫ ਦੇ ਵਿੱਚ। ਅਤੇ ਉੱਥੇ ਜਦੋਂ ਮੈਂ ਪੜ੍ਹਾਇਆ ਤਾਂ ਮੈਨੂੰ ਇੱਦਾਂ ਲੱਗਿਆ ਕਿ ਸਕੂਲਸ ਦੇ ਵਿੱਚ ਜੋ ਮਾਹੌਲ ਉੱਥੇ ਬੱਚਿਆਂ ਨੂੰ ਮਿਲ ਰਿਹਾ, ਉੱਥੇ ਮੈਂ ਸਕੂਲਸ 'ਚ ਟੀਚ ਕੀਤਾ ਸੀ, ਉਹ ਆਪਣੇ ਇੰਡੀਆ ਦੇ ਵਿੱਚ ਨਹੀਂ ਹੈਗਾ। ਸੋ ਜਦੋਂ ਮੈਂ ਵਾਪਸ ਆਈ ਅਤੇ ਮੈਨੂੰ ਸੀ ਹੁਣ ਮੈਂ ਇੱਥੇ ਮੋਰ ਔਰ ਲੈਸ ਇੱਥੇ ਹੀ ਰਹਿਣਾ,
ਤਾਂ ਇਹ ਮੇਰਾ ਇੱਕ ਡ੍ਰੀਮ ਬਣ ਗਿਆ ਕਿ ਮੈਂ ਇੱਕ ਇੱਦਾਂ ਦਾ ਸੈਂਟਰ ਖੋਲ੍ਹਾਂ ਜਿਹਦੇ ਵਿੱਚ ਬੱਚਿਆਂ ਦੀ ਪ੍ਰੋਪਰ ਗਰੂਮਿੰਗ ਹੋਏ, ਕਿਉਂਕਿ ਮੈਨੂੰ ਇਹ ਫੀਲ ਹੋਇਆ ਅਰਾਊਂਡ 25 ਕੁ ਸਾਲ ਮੈਂ ਕਾਲਜ ਦੇ ਵਿੱਚ ਪੜ੍ਹਾਉਣ ਤੋਂ ਬਾਅਦ ਕਿ ਬੱਚਿਆਂ 'ਚ ਉਹ ਕੌਨਫੀਡੈਂਸ ਲੈਵਲ ਨਹੀਂ ਹੈ। ਤੇ ਇਸ ਸੈਂਟਰ ਖੋਲ੍ਹਣ ਦਾ ਮੇਰਾ ਸਭ ਤੋਂ ਵੱਡਾ ਮਕਸਦ ਇਹ ਸੀ ਵੀ ਜਿਹੜਾ ਵੀ ਇਸ ਇੰਸਟੀਚਿਊਟ 'ਚ ਆਉਂਦਾ ਹੈ ਉਹਦੀ ਪਰਸਨੈਲਿਟੀ ਕਿੱਦਾਂ ਚੇਂਜ ਕਰ ਸਕਦੇ ਹਾਂ ਆਪਾਂ, ਓਵਰਆਲ ਪਰਸਨੈਲਿਟੀ। ਇਟ ਇਜ਼ ਨਾਟ ਓਨਲੀ ਅਬਾਊਟ ਕਿ ਉਹ ਆਇਲਸ ਹੀ ਕਰ ਰਹੇ ਹੈ। ਇੰਗਲਿਸ਼ ਸਿੱਖਣਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ, ਕਿਉਂਕਿ ਇੰਟਰਨੈਸ਼ਨਲ ਲੈਂਗੁਏਜ ਹੈ, ਗਲੋਬਲ ਲੈਂਗੁਏਜ ਹੈ, ਬਟ ਉਹ ਕਿੱਦਾਂ ਪ੍ਰੈਜ਼ੈਂਟ ਕਰਦੇ ਆ ਜਦੋਂ ਉਹ ਤੁਰ ਕੇ ਵੀ ਆਉਂਦੇ ਆ ਤਾਂ ਉਹਨਾਂ ਦਾ ਪਤਾ ਚੱਲਣਾ ਚਾਹੀਦਾ, ਕਿਉਂਕਿ ਉਹਨਾਂ ਨੇ ਅਗੇਨ ਇੰਟਰਨੈਸ਼ਨਲ ਵਰਲਡ ਦੇ ਵਿੱਚ ਜਾਣਾ ਹੈ। ਤਾਂ ਇਹ ਮੈਨੂੰ ਬਹੁਤ ਲੱਗਦਾ ਸੀ, ਜੋ ਕਿ ਮੈਂ ਕੈਨੇਡਾ ਸਕੂਲਸ ਤੋਂ ਸਿੱਖਿਆ, ਕਿ ਛੋਟੇ ਬੱਚੇ ਵੀ ਉਹਨਾਂ ਨੂੰ ਕੁਕਿੰਗ ਵੀ ਆਉਂਦੀ ਹੈ। ਉਹਨਾਂ ਨੂੰ ਸਿਰਫ ਇਹ ਹੀ ਨਹੀਂ ਕਿਹਾ ਜਾਂਦਾ ਵੀ ਐਕੈਡੈਮਿਕਲੀ ਤੁਸੀਂ ਸ਼ਾਈਨ ਕਰਨਾ, ਅਬਾਊਟ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਵੀ ਅੱਛੇ ਹਿਊਮਨ ਕਿੱਦਾਂ ਬਣਨਾ ਹੈ। ਤੇ ਉਹ ਮੈਂ ਇੱਥੇ ਵੀ ਇਨਕੋਰਪੋਰੇਟ ਕਰਨਾ ਚਾਹੁੰਦੀ ਸੀ। ਤੇ ਤੁਸੀਂ ਸਕਸੈਸਫੁਲ ਰਹੇ ਜਿਵੇਂ ਤੁਸੀਂ ਹੁਣ ਚਲਾ ਰਹੇ ਹੋ ਤੇ ਤੁਹਾਨੂੰ ਕਾਫੀ ਸਾਲ ਹੋਏ ਚਲਾਉਂਦਿਆਂ ਨੂੰ? ਹਾਂ ਹਾਂਜੀ, ਇਹ ਅਗੇਨ ਪਹਿਲਾਂ ਤਾਂ ਕਿ 2018 ਦੇ ਵਿੱਚ ਅਸੀਂ ਸ਼ੁਰੂ ਕੀਤਾ ਇਹ, ਤੇ ਇੱਦਾਂ ਦਾ ਕੋਈ ਮਕਸਦ ਨਹੀਂ ਸੀ ਕਿ ਮੇਰੇ ਕੋਲ ਇੰਨੇ ਹੀ ਸਟੂਡੈਂਟਸ ਆਉਣ, ਕਿਉਂਕਿ ਅਗੇਨ ਮਨੀ ਵਾਜ਼ ਨੈਵਰ ਐਨ ਇਸ਼ੂ। ਪਰ ਯੈਸ, ਰਾਈਟ ਫਰੋਮ ਡੇ 1 ਮੈਨੂੰ ਲੱਗਦਾ ਵੀ ਜਦੋਂ ਤੁਸੀਂ ਕੋਈ ਪੈਸ਼ਨ ਲੈ ਕੇ ਚੱਲ ਰਹੇ ਹੋ, ਤੁਸੀਂ ਇੱਕ ਡ੍ਰੀਮ ਬੱਚਿਆਂ ਨੂੰ ਦੇ ਰਹੇ ਆ, ਤਾਂ ਅੰਦਰੋਂ ਮੈਨੂੰ ਸੈਟਿਸਫੈਕਸ਼ਨ ਹੈ ਕਿ ਯੈਸ ਆਈ ਹੈਵ ਬੀਨ ਏਬਲ ਟੂ ਡੂ ਇਟ। ਜਿਵੇਂ ਮੈਂ ਤੇ ਗੁਰਦੀਪ ਇਸ ਚੀਜ਼ ਬਾਰੇ ਗੱਲ ਕਰਦੇ ਸੀਗੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ, ਜਿਵੇਂ ਅਸੀਂ ਵੀ ਬਹੁਤ ਸਾਰੇ ਅਲੱਗ-ਅਲੱਗ ਪਰਿਵਾਰਾਂ 'ਚ ਜਦੋਂ ਜਾਂਦੇ ਹਾਂ ਹੈ ਨਾ, ਤਾਂ ਉੱਥੇ ਜਿਹੜੇ ਲੋਕ ਕਹਿ ਦਿੰਦੇ ਕਿ ਅਸੀਂ ਤਾਂ ਆਰਥਿਕ ਤੌਰ 'ਤੇ ਅਸੀਂ ਸਹੀ ਹਾਂ ਹੈ ਨਾ, ਤਾਂ ਉਹਦੇ 'ਚ ਉਹ ਚੂਜ਼ ਕਰ ਲੈਂਦੇ ਆ ਕਿ ਜੇ ਆਰਥਿਕ ਤੌਰ 'ਤੇ ਫੈਮਿਲੀ ਸਹੀ ਹੈ ਤਾਂ ਉਹਦੇ 'ਚ ਮੇਲ ਆ ਜਿਹੜਾ ਉਹ ਘਰੋਂ ਬਾਹਰ ਜਾ ਕੇ ਕੰਮ ਕਰ ਸਕਦਾ, ਪਰ ਫੀਮੇਲ ਨੂੰ ਉਹ ਆਪਣੀ ਚੋਇਸ ਨਾਲ ਹੀ ਇਹ ਚੀਜ਼ ਦੇ ਦਿੰਦੇ ਆ ਕਿ ਤੁਸੀਂ ਘਰੇ ਰਹੋ, ਤੁਹਾਨੂੰ ਜੌਬ ਦੀ ਜ਼ਰੂਰਤ ਨਹੀਂ ਹੈਗੀ ਹੈ ਨਾ। ਅਤੇ ਜਿਵੇਂ ਸਰ ਨਾਲ ਜਦੋਂ ਤੁਹਾਡੀ ਮੈਰਿਜ ਹੋਈ, ਉਹ ਡਾਕਟਰ ਨੇ, ਤਾਂ ਮਤਲਬ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਚੰਗੀ ਕਮਾਈ ਹੁੰਦੀ ਆ ਇਸ ਹੈ ਨਾ ਪ੍ਰੋਫੈਸ਼ਨ ਦੇ ਵਿੱਚ, ਤਾਂ ਫਿਰ ਵੀ ਇੱਕ ਫੀਮੇਲ ਜੌਬ ਜਦੋਂ ਚੂਜ਼ ਕਰਦੀ ਹੈ, ਜਿਵੇਂ ਤੁਸੀਂ ਚੂਜ਼ ਕੀਤਾ ਕਿ ਮੈਂ ਪੜ੍ਹਾਉਂਗੀ ਹੈ ਨਾ, ਉਸ ਤੋਂ ਬਾਅਦ ਰਿਟਾਇਰਮੈਂਟ ਲੈਣ ਤੋਂ ਬਾਅਦ ਵੀ ਤੁਸੀਂ ਇੱਕ ਸੈਕਿੰਡ ਪ੍ਰੋਫੈਸ਼ਨ ਚੂਜ਼ ਕੀਤਾ, ਤਾਂ ਤੁਹਾਨੂੰ ਕੀ ਲੱਗਦਾ ਕਿ ਫੀਮੇਲ ਲਈ ਜੌਬ ਕਿੰਨੀ ਕੁ ਜ਼ਰੂਰੀ ਚੀਜ਼ ਆ? ਕੀ ਸਿਰਫ ਪੈਸੇ ਲਈ ਜ਼ਰੂਰੀ ਆ ਜਾਂ ਹੋਰ ਸਾਰੀਆਂ ਚੀਜ਼ਾਂ 'ਚ ਵੀ ਜਿਹੜੇ ਤੁਸੀਂ ਆਪਣੇ ਆਪ 'ਚ ਚੇਂਜ ਫੀਲ ਕੀਤੇ ਹੋਣਗੇ? ਦੇਖੋ, ਜਿਹੜਾ ਪੈਸਾ ਹੈ ਮੈਨੂੰ ਹਮੇਸ਼ਾ ਲੱਗਦਾ ਵੀ ਬਹੁਤ ਇਸੈਂਸ਼ੀਅਲ ਵੀ ਹੈ, ਬਟ ਇਟ ਇਜ਼ ਦਾ ਬਾਏ ਪ੍ਰੋਡਕਟ ਜੋ ਤੁਸੀਂ ਕਰਦੇ ਹੋ ਹੈ ਨਾ। ਅਤੇ ਇਹ ਅਗੇਨ ਵੇਰੀ ਕਰਦਾ ਫਰੋਮ ਇੰਡੀਵਿਜੂਅਲ ਟੂ ਇੰਡੀਵਿਜੂਅਲ ਵੀ ਉਹਦਾ ਪ੍ਰਾਈਮ ਫੋਕਸ ਕੀ ਹੈ, ਬਟ ਪੈਸਾ ਹੀ ਸਾਰਾ ਕੁਛ ਨਹੀਂ ਹੁੰਦਾ। ਅਗੇਨ ਆਈ ਵੁੱਡ ਸੇ, ਜਿੱਦਾਂ ਮੈਂ ਬਿਜ਼ਨਸ ਰਨ ਕਰਦੀ ਹਾਂ ਤਾਂ ਇਹ ਪੈਸਾ ਉਹਦਾ ਬਾਏ ਪ੍ਰੋਡਕਟ ਹੈ। ਜਦੋਂ ਤੁਸੀਂ ਕੋਈ ਵਰਕ ਕਰ ਰਹੇ ਹੋ, ਵਟ ਐਵਰ ਯੂ ਆਰ ਡੂਇੰਗ, ਉਹਦੀ ਪ੍ਰਪੋਰਸ਼ਨ ਦੇ ਵਿੱਚ ਨੈਚੁਰਲੀ ਯੂ ਗੇਨ ਮਨੀ। ਪਰ ਸਿਰਫ ਜੌਬ ਜਿਹੜੀ ਹੈਗੀ ਆ ਉਹ ਪੈਸੇ ਲਈ ਨਹੀਂ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਮੈਨੂੰ ਪੜ੍ਹਨ ਦਾ ਐਂਡ ਗਰੂਮਿੰਗ ਦਾ ਬਹੁਤ ਜ਼ਿਆਦਾ ਸ਼ੌਕ ਹੈ, ਅਤੇ ਮੈਨੂੰ ਇਹ ਲੱਗਦਾ ਕਿ ਜਿਹੜੇ ਬੱਚੇ ਜਿਨ੍ਹਾਂ ਨੂੰ ਐਕਸਪੋਜ਼ਰ ਨਹੀਂ ਮਿਲਿਆ, ਬਹੁਤ ਬੱਚੇ ਸਾਡੇ ਇੰਸਟੀਚਿਊਟ 'ਚ ਇੱਦਾਂ ਦੇ ਆਉਂਦੇ ਆ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਚੰਡੀਗੜ੍ਹ ਕਿੱਥੇ ਹੈ, ਉਹ ਚੰਡੀਗੜ੍ਹ ਵੀ ਨਹੀਂ ਗਏ ਹੈ ਨਾ। ਅਤੇ ਉਹਨਾਂ ਬੱਚਿਆਂ ਨੂੰ ਸਿਰਫ ਮੋਟੀਵੇਟ ਕਰਨਾ, ਨਾਟ ਦੈਟ ਵੀ ਤੁਸੀਂ ਆਪਣੀ ਪਰਸਨੈਲਿਟੀ ਉਹਨਾਂ 'ਤੇ ਇੰਪੋਜ਼ ਕਰ ਸਕਦੇ ਹੋ, ਉਹਨਾਂ ਨੂੰ ਮੋਟੀਵੇਟ ਕਰਨਾ ਕਿ ਬੱਚੇ ਤੇਰੇ 'ਚ ਸਾਰਾ ਕੁਛ ਹੈ। ਉਹਨਾਂ ਦੀ ਸੈਲਫ ਮੋਟੀਵੇਸ਼ਨ ਅਤੇ ਉਹਨਾਂ ਦਾ ਅੰਦਰੋਂ ਮਤਲਬ ਜਿਹੜਾ ਇੱਕ ਫੋਕਸ ਜਗਾਉਣਾ ਹੈ ਨਾ। ਸੋ ਇਹ ਵੀ ਇੱਕ ਰੀਜ਼ਨ ਹੋ ਸਕਦਾ ਤੁਹਾਡੇ ਕੰਮ ਕਰਨ ਦਾ। ਜਿੱਦਾਂ ਮੈਂ ਬੀਇੰਗ ਅ ਟੀਚਰ, ਮੈਂ ਦਿਸ ਇਜ਼ ਵਾਟ ਆਈ ਟਰਾਈ ਡੂਇੰਗ। ਬਹੁਤ ਸਾਰੇ ਲੋਕ ਨੇ ਜਿਹੜੇ ਹੋਰ ਡਿਫਰੈਂਟ ਬਿਜ਼ਨਸ ਦੇ ਵਿੱਚ ਹੈ, ਉਹਨਾਂ ਦੇ ਅਲੱਗ-ਅਲੱਗ ਰੀਜ਼ਨ ਨੇ। ਕਈ ਡਾਕਟਰ ਨੇ ਲੇਡੀਜ਼, ਉਹਨਾਂ ਦੇ ਅਲੱਗ ਰੀਜ਼ਨ ਨੇ ਹੈ ਨਾ। ਸੋ ਯੈਸ, ਇਟ ਡਿਪੈਂਡਸ, ਪਰ ਮਨੀ ਇਜ਼ ਨਾਟ ਦਾ ਓਨਲੀ ਰੀਜ਼ਨ। ਅਤੇ ਪੈਸ਼ਨ ਡੈਫੀਨੇਟਲੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਵਰਕਿੰਗ ਰੱਖਦੀ ਹੈ। ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਪਹਿਲਾਂ ਕਿ ਰਿਟਾਇਰਮੈਂਟ, ਆਈ ਥਿੰਕ ਏਜ ਇੱਕ ਨੰਬਰ ਹੈ ਨਾ। ਅਤੇ ਜਿਸ ਦਿਨ ਤੁਸੀਂ ਖੜ੍ਹੇ ਹੋ ਗਏ, ਇਹ ਮੇਰਾ ਵਿਚਾਰ ਹੈ ਕਿ ਜਿਸ ਦਿਨ ਤੁਸੀਂ ਖੜ੍ਹੇ ਹੋ ਗਏ, ਜਿੱਦਣ ਸਟੈਗਨੇਸ਼ਨ ਆ ਗਈ ਤੁਹਾਡੇ ਕੰਮ ਦੇ ਵਿੱਚ, ਤਾਂ ਆਫ ਕੋਰਸ ਜਿੱਦਾਂ ਆਪਾਂ ਉਦਾਹਰਨ ਦਿੰਦੇ ਹਾਂ ਕਿ ਇੱਕ ਪੌਂਡ ਹੈ ਜਿੱਦਾਂ ਜਿਹੜਾ ਖੜ੍ਹਾ ਹੈ, ਤਾਂ ਉੱਥੇ ਨੈਚੁਰਲੀ
ਮੱਖੀਆਂ ਮੱਛਰ ਆਉਣਗੇ, ਡਿਟੀਰੀਓਰੇਟ ਹੋਏਗਾ, ਸਮੈਲ ਦੇਗਾ, ਹੈ ਨਾ। ਬਟ ਇੱਕ ਫਲੋਇੰਗ ਰਿਵਰ ਹੈ ਨਾ, ਉਹਦੀ ਏਜ ਡਜ਼ ਨਾਟ ਮੈਟਰ। ਐਂਡ 'ਚ ਉਹਦੀ ਸਲੋ ਹੁੰਦੇ 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 ਉਹਨੇ ਸਮੁੰਦਰ ਦੇ ਵਿੱਚ ਮਿਲਣਾ। ਆਈ ਥਿੰਕ ਸਿਮਿਲਰਲੀ ਰਿਟਾਇਰਮੈਂਟ ਆਪਾਂ ਇੱਕ ਬਣਾ ਲਿਆ ਕਿ ਇੰਨੀ ਏਜ 'ਤੇ ਰਿਟਾਇਰ ਹੋ ਜਾਣਾ। ਆਈ ਥਿੰਕ ਵੀ ਡੂ ਨਾਟ ਰਿਟਾਇਰ ਟਿਲ ਦ ਲਾਸਟ ਬ੍ਰੈਥ। ਚਾਹੇ ਅਸੀਂ ਕਿਸੇ ਜੋਬ 'ਚ, ਚਾਹੇ ਅਗੇਨ ਜੋਬ ਤੁਹਾਡੀ ਇੱਕ ਹਾਊਸ ਹੋਲਡਰ ਦੀ ਵੀ ਜੋਬ ਹੈ, ਇੱਕ ਹਾਊਸ ਮੇਕਰ ਦੀ ਵੀ ਜੋਬ ਹੈ। ਅਤੇ ਆਈ ਥਿੰਕ ਮੈਨੂੰ ਇੱਦਾਂ ਫੀਲ ਹੁੰਦਾ ਕਿ ਚੱਲਦੇ ਰਹਿਣਾ ਜਿਹੜੀ ਹੈਗੀ ਆ ਉਹ ਜ਼ਿੰਦਗੀ ਹੈ। ਜਿਵੇਂ ਤੁਹਾਡੀ ਉਮਰ ਦੇ ਜਾਂ ਤੁਹਾਡੇ ਕੁਝ ਦੋਸਤ ਵੀ ਇੱਦਾਂ ਦੇ ਹੋਣਗੇ, ਤੁਹਾਡੀਆਂ ਸਹੇਲੀਆਂ ਹੋਣਗੀਆਂ ਜਿਨ੍ਹਾਂ ਨੂੰ ਕਿਸੇ ਟਾਈਮ ਜਾ ਕੇ, ਜਾਂ ਹੁਣ ਜਿਵੇਂ ਕਈ ਵਾਰ ਸਾਡੇ ਸਰਕਲ 'ਚ ਜਾਂ ਸਾਡੇ ਵਿਊਅਰ ਹੀ ਕਈ ਵਾਰ ਸਾਨੂੰ ਸਵਾਲ ਕਰ ਲੈਂਦੇ ਨੇ ਕਿ ਸਾਡੇ ਆਪਸ ਦੇ ਵਿੱਚ ਹਸਬੈਂਡ ਵਾਈਫ 'ਚ ਬਹੁਤ ਜ਼ਿਆਦਾ ਕਲੈਸ਼ ਹੋ ਰਹੇ ਨੇ, ਫੈਮਿਲੀ ਐਡਜਸਟਮੈਂਟ ਨਹੀਂ ਹੋ ਰਹੀ ਹੈਗੀ, ਜਸਟ ਦੈਟ ਮੈਂ ਡਿਪਰੈਸ਼ਨ 'ਚ ਹਾਂ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਮੈਂ ਘਰ ਤੋਂ ਬਾਹਰ ਜਾ ਕੇ ਕੰਮ ਕਰਾਂ, ਪਰ ਮੇਰੇ ਇਨ-ਲॉज ਨਹੀਂ ਅਲਾਉ ਕਰ ਰਹੀ, ਜਾਂ ਮੈਨੂੰ ਅੱਗੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਬੋਲੋ, ਤੁਹਾਨੂੰ ਚਾਹੀਦਾ ਕੀ ਆ ਕਿ ਤੁਹਾਨੂੰ ਘਰੇ ਬੈਠਿਆਂ ਨੂੰ ਮਿਲ ਜੂਗਾ, ਹੈ ਨਾ। ਪਰ ਜਿਵੇਂ ਤੁਹਾਡੇ ਲਈ ਵੀ ਫਾਈਨੈਂਸ਼ਲੀ ਚੀਜ਼ਾਂ ਔਖੀਆਂ ਨਹੀਂ ਸੀਗੀਆਂ, ਤੁਹਾਨੂੰ ਵੀ ਵਧੀਆ ਲਾਈਫ ਸਟਾਈਲ ਘਰੇ ਮਿਲ ਸਕਦਾ ਸੀ, ਤੁਸੀਂ ਘਰੇ ਰਹਿਣਾ ਵੀ ਚੂਜ਼ ਕਰ ਸਕਦੇ ਸੀ। ਪਰ ਜਦੋਂ ਦੋਨੋਂ ਜਾਣੇ ਹਸਬੈਂਡ ਵਾਈਫ ਖਾਸ ਤੌਰ 'ਤੇ ਆਪਣੀਆਂ ਆਪਣੀਆਂ ਕੰਮਾਂ ਦੇ ਵਿੱਚ ਜਾਂ ਆਪਣੀ ਆਪਣੀ ਥਾਂ ਦੇ ਉੱਪਰ ਬਿਜ਼ੀ ਹੁੰਦੇ ਨੇ, ਉਹ ਇੱਕ ਹੈਲਦੀ ਰਿਲੇਸ਼ਨਸ਼ਿਪ ਬਿਲਡ ਕਰਨ ਲਈ ਕਿੰਨਾ ਹੈਲਪਫੁਲ ਹੁੰਦਾ ਹੈ। ਮੈਂ ਚਾਹੂੰਗੀ ਕਿ ਤੁਸੀਂ ਇਸ 'ਤੇ ਵੀ ਗੱਲ ਕਰੋ। ਆਈ ਥਿੰਕ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਗੇਨ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹਸਬੈਂਡ ਆਪਣਾ ਬਹੁਤ ਫੈਮਲੀਜ਼ ਦੇ ਵਿੱਚ ਆਲਦੋ ਹੁਣ ਸਿਨੈਰੀਓ ਚੇਂਜ ਹੋ ਰਿਹਾ, ਦੋਨੋਂ ਪਾਰਟਨਰ ਕੰਮ ਕਰ ਰਹੇ, ਬਟ ਯੈਸ ਡਿਪਰੈਸ਼ਨ ਦੇ ਚਾਂਸਸ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਜਦੋਂ ਵਾਈਫ ਘਰ ਬੈਠੀ ਹੈ ਅਤੇ ਹਸਬੈਂਡ ਹਮੇਸ਼ਾ ਬਾਹਰ ਹੈ ਤਾਂ ਬਿਲਕੁਲ ਜ਼ਿਆਦਾ ਹੁੰਦੇ ਆ। ਅਤੇ ਹਸਬੈਂਡ ਜਦੋਂ ਘਰ ਆਉਂਦਾ ਹੈ ਤਾਂ ਨੈਚੁਰਲੀ ਉਹ ਵਰਕ ਪ੍ਰੈਸ਼ਰ ਦੇ ਨਾਲ ਆਉਂਦਾ, ਅਤੇ ਵਾਈਫ ਆਪਣੀ ਜਗ੍ਹਾ 'ਤੇ ਬਿਲਕੁਲ ਸੱਚੀ ਹੁੰਦੀ ਹੈ ਬਿਕੋਜ਼ ਉਹ ਘਰ 'ਚ ਬੈਠੀ ਬੋਰ ਹੋਈ ਹੁੰਦੀ ਹੈ। ਸੋ ਯੈਸ ਮੈਨੂੰ ਇਹ ਡੈਫੀਨੇਟਲੀ ਲੱਗਦਾ ਕਿ ਹਸਬੈਂਡ ਵਾਈਫ ਦੋਨਾਂ ਨੂੰ ਆਪਣੇ ਆਪਣੇ ਹਿਸਾਬ ਨਾਲ, ਆਪਣੇ ਟੇਸਟ ਦੇ ਹਿਸਾਬ ਨਾਲ ਆਕਿਊਪਾਈਡ ਹੋਣਾ ਚਾਹੀਦਾ। ਐਂਡ ਮੈਂਟਲੀ ਵੀ ਤੁਸੀਂ ਜ਼ਿਆਦਾ ਲਾਈਵਲੀ ਰਹਿੰਦੇ ਹੋ। ਡੈਫੀਨੇਟਲੀ ਜਿੱਦਾਂ ਆਪਾਂ ਇੱਕ ਐਗਜ਼ਾਮਪਲ ਹੈ ਕਿ ਲੋਹਾ ਪਿਆ ਪਿਆ ਜਿੱਦਾਂ ਜੰਗ ਲੱਗ ਜਾਂਦਾ ਹੈ ਨਾ, ਅਤੇ ਜਿੱਦਾਂ ਆਪਾਂ ਤਲਵਾਰ ਦੀ ਵੀ ਇੱਕ ਲੈਂਦੇ ਹੁੰਦੇ ਹਾਂ ਕਿ ਜਿੰਨੀ ਯੂਜ਼ ਕਰ ਰਹੇ ਹਾਂ ਤਾਂ ਉਹ ਸ਼ਾਈਨ ਕਰਦੀ ਹੈ ਨਾ। ਅਤੇ ਇਸੇ ਤਰ੍ਹਾਂ ਸਾਡੀ ਜਿਹੜੀ ਬ੍ਰੇਨ ਅਤੇ ਮਾਈਂਡ ਦੀ ਕੋਈ ਲਿਮਿਟ ਨਹੀਂ ਹੈ, ਜਿੰਨਾ ਅਸੀਂ ਯੂਜ਼ ਕਰਦੇ ਹਾਂ ਉਹਨਾਂ ਆਈ ਥਿੰਕ ਉਹਨੇ ਪ੍ਰੋਡਕਟਿਵ ਰਹਿੰਦੇ ਆ, ਨੈਗੇਟਿਵਿਟੀ ਤੋਂ ਬਚਦੇ ਆ ਅਤੇ ਪੋਜ਼ੀਟਿਵਿਟੀ ਰਹਿੰਦੀ ਹੈ। ਐਂਡ ਤੁਸੀਂ ਹਮੇਸ਼ਾ ਸੋਚਦੇ ਹੋ ਕਿ ਵਟ ਐਲਸ, ਹੋਰ ਤੁਸੀਂ ਕੀ ਕਰ ਸਕਦੇ ਹੋ, ਹੈ ਨਾ। ਆਖਿਰਕਾਰ ਮਤਲਬ ਲਾਈਫ ਜਿਹੜੀ ਹੈਗੀ ਆ ਬੜੀ ਪ੍ਰੈਸ਼ੀਅਸ ਚੀਜ਼ ਹੈ, ਅਤੇ ਕੁਛ ਹੀ ਸਾਲਾਂ ਦਾ ਸਪੈਨ ਆਪਾਂ ਨੂੰ ਲਾਈਫ 'ਚ ਮਿਲਿਆ, ਅਤੇ ਆਪਾਂ ਉਸ ਲਾਈਫ ਨੂੰ ਕਿੱਦਾਂ ਬਿਤਾ ਰਹੇ ਹਾਂ, ਰੋ ਕੇ, ਨੈਗੇਟਿਵਿਟੀ 'ਚ। ਅਤੇ ਜੇ ਤੁਹਾਡੇ ਕੋਲ ਕੋਈ ਵੀ ਪੋਸੀਬਿਲਿਟੀ ਹੈ ਉਹਦੇ ਵਿੱਚ ਜੇ ਕਿਸੇ ਦੀ ਲਾਈਫ ਤੁਸੀਂ ਚੇਂਜ ਕਰ ਸਕਦੇ ਹੋ ਤਾਂ ਡੈਫੀਨੇਟਲੀ ਕਰਨੀ ਚਾਹੀਦੀ ਹੈ। ਅਤੇ ਫੈਮਲੀਜ਼ ਨੂੰ ਵੀ ਸਪੋਰਟ ਕਰਨਾ ਚਾਹੀਦਾ ਵੀ ਚਾਹੇ ਫਾਈਨੈਂਸ਼ੀਅਲੀ ਕੋਈ ਲੋੜ ਹੈ ਜਾਂ ਨਹੀਂ, ਬਟ ਮੈਂਟਲੀ ਯੈਸ ਬਹੁਤ ਲੋੜ ਹੈ ਤੁਹਾਨੂੰ ਪ੍ਰੋਡਕਟਿਵ ਹੋਣ ਦੀ। ਮੈਮ ਜਿਵੇਂ ਤੁਸੀਂ ਫੈਮਿਲੀ ਸਪੋਰਟ ਦੀ ਗੱਲ ਕਰਦੇ ਹੋ ਨਾ, ਮੈਨੂੰ ਆਪਾਂ ਜਿਵੇਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਦੇ ਹਾਂ, ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਤੁਸੀਂ ਜੋਬ ਤੋਂ ਬਾਅਦ ਜੋ ਵੀ ਤੁਹਾਨੂੰ ਸੇਵਿੰਗਸ ਹੋਣਗੀਆਂ ਤੁਹਾਡੀਆਂ, ਹੈ ਨਾ, ਜੇ ਇੱਕ ਮੇਲ ਆ ਜਿਹੜਾ ਉਹਨੂੰ ਲੱਗਦਾ ਕਿ ਮੈਂ ਹੁਣ ਇੱਕ ਸੈਕਿੰਡ ਬਿਜ਼ਨਸ ਕਰ ਸਕਦਾ, ਉਹ ਆਪਣੀਆਂ ਸੇਵਿੰਗਸ ਉਹਦੇ 'ਚ ਲਾ ਦੂਗਾ ਤਾਂ ਫੈਮਿਲੀ ਉਹਦੇ 'ਤੇ ਫੇਥ ਕਰਦੀ ਹੈ, ਇਸ ਚੀਜ਼ 'ਤੇ ਭਰੋਸਾ ਕਰਦੀ ਹੈ ਨਾ। ਅਤੇ ਫੀਮੇਲ ਲਈ ਮਤਲਬ ਜਦੋਂ ਆਪਾਂ ਕੋਈ ਬਿਜ਼ਨਸ ਚੂਜ਼ ਕਰਨਾ ਚਾਹੁੰਦੇ ਹਾਂ ਤਾਂ ਬਹੁਤ ਰੇਅਰ ਆ ਕਿ ਫੈਮਿਲੀ ਤੁਹਾਡੇ 'ਤੇ ਭਰੋਸਾ ਕਰੂ ਕਿ ਹਾਂ ਤੁਸੀਂ ਇੰਨਾ ਪੈਸਾ ਜਿਹੜਾ ਅਸੀਂ ਲਾ ਦਈਏ ਤੇਰੇ 'ਤੇ, ਹੈ ਨਾ। ਅਤੇ ਤੁਹਾਨੂੰ ਇੱਦਾਂ ਦੀ ਕੋਈ ਚੀਜ਼ ਫੇਸ ਕਰਨੀ ਪਈ, ਜਾਂ ਤੁਹਾਨੂੰ ਐਂ ਸੀਗਾ ਕਿ ਮੈਂ ਕਿੰਨਾ ਪੈਸਾ ਜਿਹੜਾ ਆਪਣਾ ਸੇਵ ਕੀਤਾ ਹੋਇਆ ਉਹ ਇੱਥੇ ਲਾਉਂਗੀ ਤਾਂ ਮੈਨੂੰ ਕੱਲ੍ਹ ਨੂੰ ਪਤਾ ਨਹੀਂ ਇਹਦਾ ਚੰਗਾ ਰਿਟਰਨ ਆਊਗਾ ਜਾਂ ਨਹੀਂ? ਦੇਖੋ ਫੋਰਚੂਨੇਟਲੀ ਇਸ ਤਰ੍ਹਾਂ ਦੀ ਮੈਨੂੰ ਕੋਈ ਦਿੱਕਤ ਨਹੀਂ ਆਈ, ਕਿਉਂਕਿ ਡਾਕਟਰ ਸਾਹਿਬ ਨੇ ਹਮੇਸ਼ਾ ਸਪੋਰਟ ਕੀਤਾ ਮੈਨੂੰ ਵੀ ਜੋ ਤੇਰੀ ਕ੍ਰੀਏਟਿਵਿਟੀ ਹੈ ਆਈ ਥਿੰਕ ਤੂੰ ਉਹਨੂੰ ਐਕਸਪੈਂਡ ਕਰ, ਅਤੇ ਉਸ ਚੀਜ਼ ਦੇ ਵਿੱਚ ਮੈਂ ਕਾਫੀ ਲੱਕੀ ਰਹੀ ਹਾਂ। ਅਤੇ ਬਹੁਤ ਸਾਰੀਆਂ ਫੈਮਲੀਜ਼ ਇਹੋ ਜਿਹੀਆਂ ਹੁੰਦੀਆਂ, ਲੜਕੀਆਂ ਬਹੁਤ ਟੈਲੈਂਟਡ ਹੁੰਦੀਆਂ, ਬਟ ਯੈਸ ਜੋ ਤੁਸੀਂ ਕਿਹਾ ਇਹ ਕੁਐਸਚਨ ਮਾਰਕ ਉਹਨਾਂ 'ਤੇ ਲੱਗਦਾ ਹੈ, ਅਤੇ ਉਸ ਪ੍ਰੈਸ਼ਰ ਦੇ ਅੰਡਰ ਉਹ ਕੰਮ ਕਰਦੀਆਂ। ਅਤੇ ਮੇਰੇ ਕੇਸ ਦੇ ਵਿੱਚ ਡੈਫੀਨੇਟਲੀ ਇਹ ਪ੍ਰੈਸ਼ਰ ਕਿਉਂਕਿ ਨਹੀਂ ਸੀ, ਤਾਂ ਮੈਨੂੰ ਇਹ ਲੱਗਦਾ ਕਿ ਮੈਂ ਇਸ ਕੰਮ ਨੂੰ ਹੋਰ ਚੰਗਾ ਕਰ ਪਾਈ। ਆਈ ਮੀਨ ਜੋ ਮੈਂ ਚਾਹੁੰਦੀ ਸੀ, ਜਿਸ ਤਰ੍ਹਾਂ ਮੈਨੂੰ ਲੱਗਿਆ, ਅਤੇ ਮੈਂ ਉਸ ਤਰ੍ਹਾਂ ਕੀਤਾ।
ਜਿਵੇਂ ਹਮੇਸ਼ਾ ਸਾਡਾ ਫੋਕਸ ਇਹ ਰਹਿੰਦਾ ਹੈ ਕਿ ਔਰਤਾਂ ਦਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਆ। ਬਹੁਤ ਸਾਰੇ ਅਸੀਂ ਗੱਲ 'ਤੇ ਗੱਲ ਦੇ ਐਪੀਸੋਡਸ ਵੀ ਕੀਤੇ ਨੇ, ਬਹੁਤ ਸਾਰੀਆਂ ਇੰਟਰਵਿਊਜ਼ ਵੀ ਕੀਤੀਆਂ ਨੇ, ਅਤੇ ਹਾਲੇ ਵੀ ਸਾਨੂੰ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਮੈਸੇजेस ਕਰਦੀਆਂ ਰਹਿੰਦੀਆਂ ਨੇ ਕਿ ਇਸ ਟੌਪਿਕ ਦੇ ਉੱਪਰ ਤੁਸੀਂ ਗੱਲ ਕਰੋ ਕਿ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਆ। ਜਿਵੇਂ ਪਹਿਲਾਂ ਤੋਂ ਹੀ ਆਪਾਂ ਇਸ ਇੰਟਰਵਿਊ 'ਚ ਗੱਲ ਕਰਦੇ ਆ ਰਹੇ ਹਾਂ ਕਿ ਤੁਸੀਂ ਫਾਈਨੈਂਸ਼ਲੀ ਠੀਕ ਠਾਕ ਸੀਗੇ, ਪਰ ਬਾਵਜੂਦ ਕਿ ਤੁਹਾਡੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਸਹੀ ਆ, ਪਰ ਜਦੋਂ ਤੁਸੀਂ ਆਪਣੇ ਹਿੱਸੇ ਦਾ ਕਮਾ ਕੇ ਘਰੇ ਲੈ ਕੇ ਜਾਂਦੇ ਹੋ ਜਾਂ ਤੁਹਾਡੇ ਵਾਲਟ 'ਚ ਤੁਹਾਡੇ ਕਮਾਏ ਹੋਏ ਪੈਸੇ ਹੁੰਦੇ ਨੇਗੇ, ਸੋ ਉਹ ਕਿੱਦਾਂ ਦਾ ਮਹਿਸੂਸ ਕਰਾਉਂਦਾ ਤੁਹਾਨੂੰ? ਆਈ ਥਿੰਕ ਇਹ ਬਹੁਤ ਜ਼ਰੂਰੀ ਹੈ, ਇਸ ਤਰ੍ਹਾਂ ਦੀ ਫੀਲਿੰਗ ਆਉਣਾ ਕਿ ਆਈ ਐਮ ਏਬਲ ਟੂ ਸਰਵਾਈਵ ਔਨ ਮਾਈ ਓਨ, ਇਹ ਕਾਫੀ ਜ਼ਰੂਰੀ ਹੈ। ਅਤੇ ਆਈ ਥਿੰਕ ਜੇ ਇਹ ਜ਼ਿਆਦਾ ਹੋ ਜਾਏ ਆਪਣੀ ਸੁਸਾਇਟੀ 'ਚ, ਜਿੱਦਾਂ ਲੜਕੀਆਂ ਜੇ ਜੋਬ ਕਰਨਾ ਚਾਹੁੰਦੀਆਂ ਅਤੇ ਕਰ ਪਾਉਣ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਪਾਉਣ, ਆਈ ਥਿੰਕ ਉਹਨਾਂ ਦੀ ਜਿਹੜੀ ਸੈਲਫ ਐਸਟੀਮ, ਰਿਸਪੈਕਟ ਫੈਮਿਲੀ ਦੇ ਵਿੱਚ ਵੀ ਵਧੇਗੀ, ਅਤੇ ਉਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੇ ਆਪਣੇ ਆਪ ਲਈ ਬਹੁਤ ਐਸਟੀਮ ਵਧੇਗੀ ਕਿ ਹਾਂ ਮੈਂ ਕੈਪੇਬਲ ਹਾਂ। ਬਿਲਕੁਲ। ਦੇਖੋ ਬਹੁਤ ਸਾਰੇ ਲੋਕ ਨਾ, ਜਿਵੇਂ ਆਪਾਂ ਗੁਰਦੀਪ ਗੱਲਾਂ ਕਰਦੇ ਹੁੰਦੇ ਹਾਂ ਕਿ ਕਈ ਵਾਰੀ ਜਦੋਂ ਤੁਹਾਨੂੰ ਕੋਈ ਇੱਕ ਵੀ ਡਾਈਵੋਰਸ ਦਾ ਕੇਸ ਸੁਣਾਉਂਦਾ ਕਿ ਵਿਆਹ ਹੋਇਆ ਸੀ, ਡਾਈਵੋਰਸ ਹੋ ਗਿਆ ਨਾ, ਤਾਂ ਜਿਨ੍ਹਾਂ ਦੀ ਮਤਲਬ ਇੱਕ ਪੁਰਾਣੀ ਸੋਚ ਬਣੀ ਹੋਈ ਹੁੰਦੀ ਆ ਦਿਮਾਗ 'ਚ, ਉਹਦੇ 'ਚੋਂ ਬਹੁਤ ਸਾਰੇ ਲੋਕ ਇਹ ਕਹਿਣਗੇ ਵੀ ਕੁੜੀ ਪੜ੍ਹੀ ਲਿਖੀ ਹੋਊ, ਜ਼ਰੂਰ ਕਮਾਉਂਦੀ ਹੋਊਗੀ, ਹੈ ਨਾ, ਵੀ ਪੁਰਾਣੀਆਂ ਲੇਡੀਜ਼ ਤਾਂ ਝੱਲ ਲੈਂਦੀਆਂ ਸੀ, ਹੁਣ ਦੀਆਂ ਜਿਹੜੀਆਂ ਇੰਡੀਪੈਂਡੈਂਟ ਨੇ ਉਹ ਨਹੀਂ ਗੱਲ ਸੁਣਦੀਆਂ। ਅਤੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਲੱਗਦੀਆਂ ਹੁੰਦੀਆਂ ਵੀ ਕੁੜੀ ਦਾ ਕਮਾਉਣਾ ਜਾਂ ਉਹਦਾ ਬਾਹਰ ਨਿਕਲਣਾ ਕੱਲ੍ਹ ਨੂੰ ਉਹ ਫੈਮਿਲੀ ਲਾਈਫ 'ਚ ਸੈਟਲ ਨਹੀਂ ਹੁੰਦੀ ਫਿਰ ਤਰੀਕੇ ਨਾਲ? ਨਹੀਂ, ਬਿਲਕੁਲ ਵੀ ਨਹੀਂ ਲੱਗਦਾ, ਕਿਉਂਕਿ ਜਿੱਦਾਂ ਆਪਾਂ ਡਾਈਵੋਰਸ ਦੀ ਗੱਲ ਕੀਤੀ, ਅਤੇ ਡਾਈਵੋਰਸਿਸ ਜੇ ਹੁੰਦੇ ਆ ਤਾਂ ਸਿਰਫ ਲੜਕੀ ਜ਼ਿੰਮੇਵਾਰ ਨਹੀਂ ਹੈ ਨਾ, ਬੋਥ ਪਾਰਟਨਰਸ, ਕੋਈ ਵੀ ਹੋ ਸਕਦਾ। ਅਤੇ ਇਹ ਮੇਰੇ ਖਿਆਲ ਬਿਲਕੁਲ ਇਹ ਨਹੀਂ ਹੈ ਕਿ ਸਿਰਫ ਇੰਨਾ ਜ਼ਰੂਰ ਹੋ ਸਕਦਾ ਵੀ ਜੇ ਕੋਈ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਵੂਮਨ ਹੈ ਅਤੇ ਉਹਨੂੰ ਟੌਰਚਰ ਕੀਤਾ ਜਾ ਰਿਹਾ ਜਾਂ ਉਹਦੀ ਲਾਈਫ ਬਹੁਤ ਹੀ ਬਦਤਰ ਹੋ ਰਹੀ ਹੈ, ਤਾਂ ਐਟਲੀਸਟ ਸ਼ੀ ਕੈਨ ਵਾਕ ਆਊਟ ਗ੍ਰੇਸਫੁਲੀ। ਆਈ ਐਮ ਨਾਟ ਸਪੋਰਟਿੰਗ ਵੀ ਇੱਦਾਂ ਹੋਣਾ ਚਾਹੀਦਾ, ਪਰ ਲੜਕੀ ਦਾ ਇਸ ਤਰ੍ਹਾਂ ਕੁਛ ਨਹੀਂ ਹੈ ਕਿ ਜੇ ਉਹ ਪੜ੍ਹੀ ਲਿਖੀ ਹੈ ਤਾਂ ਦੈਟ ਇਜ਼ ਵਾਈ ਉਹ ਡਾਈਵੋਰਸ। ਬਲਕਿ ਪੜ੍ਹੀਆਂ ਲਿਖੀਆਂ ਜਿਹੜੀਆਂ ਔਰਤਾਂ ਨੇ, ਆਈ ਥਿੰਕ ਦੇ ਆਰ ਮੋਰ ਅੰਡਰਸਟੈਂਡਿੰਗ, ਅਤੇ ਉਹ ਫੈਮਿਲੀ ਨੂੰ ਹੋਰ ਚੰਗੀ ਤਰ੍ਹਾਂ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਇੱਕ ਕਾਰ ਦੇ ਜਿਹੜੇ ਪਹੀਏ ਬਰਾਬਰ ਤੁਰ ਰਹੇ ਨੇ, ਤਾਂ ਆਈ ਥਿੰਕ ਜ਼ਿਆਦਾ ਸਪੋਰਟ ਹੈ। ਅਤੇ ਇਹ ਸਾਰੇ ਮਿਥ ਨੇ ਕਿ ਇੱਕ ਪੜ੍ਹੀ ਲਿਖੀ ਔਰਤ ਜਿਹੜੀ ਹੈ ਉਹ ਘਰ ਸਵਾਰੇਗੀ, ਬਲਕਿ ਜਨਰੇਸ਼ਨ ਸਵਾਰੇਗੀ। ਐਂਡ ਇੱਕ ਚੀਜ਼ ਮੈਨੂੰ ਇਹ ਵੀ ਲੱਗਦੀ ਹੁੰਦੀ ਹੈ ਕਿ ਅੱਜ ਦੇ ਟਾਈਮ 'ਚ ਵੀ ਭਾਵੇਂ ਜਿਵੇਂ ਤੁਸੀਂ ਕਿਹਾ ਕਿ ਸਿਨੈਰੀਓ ਬਦਲ ਰਿਹਾ, ਹਾਲਾਤ ਬਦਲ ਰਹੇ ਨੇ, ਪਰ ਫਿਰ ਵੀ ਕੁਛ ਚੀਜ਼ਾਂ ਨੇ ਜਿਹੜੀਆਂ ਜਿਉਂਦੀਆਂ ਤਿਉਂ ਖੜੀਆਂ ਹੋਈਆਂ ਨੇ, ਹੈ ਨਾ। ਜਿਵੇਂ ਅਸੀਂ ਇੱਕ ਫੀਮੇਲ ਜੈਂਡਰ ਨਹੀਂ, ਜਾਂ ਮਤਲਬ ਜਦੋਂ ਕਿਸੇ ਵੀ ਘਰ 'ਚ ਕੁੜੀ ਤੋਂ ਜਾਂ ਕੋਈ ਵੀ ਤੁਹਾਡਾ ਮਤਲਬ ਫੀਮੇਲ ਮੈਂਬਰ ਹੈ ਘਰ 'ਚ, ਆਪਾਂ ਨੂੰ ਲੱਗਦਾ ਕਿ ਇਹਨਾਂ ਦਾ ਓਪੀਨੀਅਨ ਨਹੀਂ ਹੋ ਸਕਦਾ। ਜੇ ਤੁਸੀਂ ਆਪਣਾ ਓਪੀਨੀਅਨ ਰੱਖਦੇ ਹੋ ਤਾਂ ਉੱਥੇ ਤੁਹਾਨੂੰ ਦੇਖਿਆ ਜਾਂਦਾ ਕਿ ਅੱਛਾ ਤੁਸੀਂ ਕਹਿ ਰਹੇ ਹੋ, ਹੈ ਨਾ। ਸੋ ਮੈਂ ਚਾਹੂੰਗੀ ਕਿ ਕੁੜੀਆਂ ਨੂੰ ਵੀ ਇਹੀ ਲੱਗਦਾ ਹੁੰਦਾ ਕਿ ਆਫਟਰ ਮੈਰਿਜ ਤੁਹਾਡਾ ਚੰਗੇ ਘਰੇ ਵਿਆਹ ਹੋ ਗਿਆ ਤਾਂ ਹੁਣ ਤੁਸੀਂ ਮਤਲਬ ਡਿਪੈਂਡ ਹੋ ਗਏ, ਹੁਣ ਤਾਂ ਤੁਹਾਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਜੂਗਾ। ਕਈ ਚਾਹੁੰਦੇ ਨੇ ਕਿ ਅਸੀਂ ਆਪਣਾ ਕੁਝ ਕਰੀਏ, ਪਰ ਕਈ ਕੁੜੀਆਂ ਨੂੰ ਇਹ ਹੁੰਦਾ ਕਿ ਬਸ ਠੀਕ ਆ, ਮੇਰੀ ਲਾਈਫ ਸੈਟਲ ਆ, ਮੇਰੇ ਚੰਗੇ ਪਰਿਵਾਰ 'ਚ ਮੈਂ ਵਿਆਹੀ ਗਈ, ਹੁਣ ਲਾਈਫ ਈਜ਼ੀ ਆ। ਤਾਂ ਮੈਨੂੰ ਲੱਗਦਾ ਹੁੰਦਾ ਕਿ ਆਪਣਾ ਇੱਕ ਥਾਟ ਅਤੇ ਓਪੀਨੀਅਨ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਹਾਂ ਬਿਲਕੁਲ, ਤੁਹਾਡਾ ਐਟੀਟਿਊਡ ਕੀ ਹੈ ਲਾਈਫ ਦੇ ਪ੍ਰਤੀ, ਹੈ ਨਾ। ਅਗੇਨ ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਜੇ ਮੈਂ ਚਾਹੁੰਦੀ ਤਾਂ ਠੀਕ ਹੈ ਕਿ ਆਪਣੇ ਘਰ ਦੇ ਕੰਫਰਟ ਦੇ ਵਿੱਚ ਸਭ ਕੁਝ ਮਿਲ ਰਿਹਾ, ਬਟ ਅਗੇਨ ਤੁਹਾਡਾ ਐਟੀਟਿਊਡ ਕੀ ਹੈ ਇਹ ਡਿਪੈਂਡ ਕਰਦਾ, ਤੁਹਾਡੀ ਇੰਡੀਵਿਜੁਅਲਿਟੀ ਕੀ ਹੈ। ਕਈ ਵਾਰੀ ਤੁਸੀਂ ਨੌਕਰੀ ਕਰ ਵੀ ਸਕਦੇ ਹੋ ਅਤੇ ਅਗੇਨ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਕਹਿੰਦੇ ਹੋ ਵੀ ਚੱਲਦਾ ਹੈ ਕੰਮ। ਮੇਰੇ ਖਿਆਲ ਨਾਲ ਅਗੇਨ ਜਿੱਦਾਂ ਆਪਾਂ ਪਹਿਲਾਂ ਕਿਹਾ ਸੀ, ਟੂ ਰੈਸਟ ਇਜ਼ ਟੂ ਰਸਟ, ਹੈ ਨਾ। ਅਤੇ ਜੋ ਟੈਲੈਂਟ ਤੁਹਾਡੇ 'ਚ ਹੋ ਸਕਦਾ ਉਹ ਕਢਾਈ ਕਰਨ ਦਾ ਹੋਏ, ਵਾਈ ਡੋਂਟ ਯੂ ਪਾਸ ਇਟ ਔਨ, ਹੈ ਨਾ, ਉਸ ਕਰੋ ਤਾਂ ਕਿ ਤੁਹਾਨੂੰ, ਆਈ ਥਿੰਕ ਜਿੰਨੇ ਵੀ ਕੰਮ ਆਪਾਂ ਕਰਦੇ ਹਾਂ, ਕੋਈ ਜੋਬ ਕਰ ਰਹੇ ਹਾਂ, ਟੀਚਿੰਗ ਹੈ ਜਾਂ ਕੋਈ ਵੀ ਜੋਬ ਹੈ, ਉਹ ਤੁਹਾਨੂੰ ਕੌਨਫੀਡੈਂਸ ਦਿੰਦੀ ਹੈ ਅਤੇ ਤੁਹਾਨੂੰ ਨਿਖਾਰਦੀ ਹੈ, ਅਤੇ ਉਸ ਚੀਜ਼ ਨੂੰ ਕਦੇ ਛੱਡਣਾ ਨਹੀਂ ਚਾਹੀਦਾ। ਜੇ ਤੁਸੀਂ ਈਵਨ ਹਾਊਸ ਵਾਈਫ ਹੋ, ਤੁਹਾਡੇ ਬੱਚੇ ਛੋਟੇ ਨੇ ਅਤੇ ਤੁਹਾਨੂੰ ਕੁਕਿੰਗ ਆਉਂਦੀ ਹੈ ਨਾ, ਤੁਸੀਂ ਕੁਕਿੰਗ ਨੂੰ ਹੋਰ ਇੰਪਰੂਵ ਕਰੋ, ਖੂਬਸੂਰਤ ਬਣਾਓ, ਹੈ ਨਾ। ਅਤੇ ਹਰ ਇੱਕ ਚੀਜ਼ ਨੂੰ ਮਤਲਬ 100% ਨਾਲ ਕਰੋ, ਅਤੇ ਕਦੇ ਵੀ ਲਾਈਫ ਨੂੰ ਮਤਲਬ
ਲੇਡ ਬੈਕ ਜਾਂ ਈਜ਼ੀ ਨਾ ਲਓ ਵੀ ਚੱਲਦਾ ਹੈ ਨਾ। ਆਈ ਥਿੰਕ ਚੱਲਦਾ ਤਾਂ ਦੇਖੋ ਸਾਰਾ ਕੁਝ ਹੀ ਚੱਲੀ ਜਾਂਦਾ ਸਭ ਕੁਝ ਇਸ ਤਰ੍ਹਾਂ, ਬਟ ਜੇ ਆਪਾਂ ਲਾਈਫ ਨੂੰ ਐਜ਼ ਅ ਹੋਲ ਦੇਖੀਏ ਤਾਂ ਜਿੰਨੇ ਵੀ ਐਗਜ਼ਾਮਪਲ ਸਾਡੇ ਕੋਲ ਆਉਣਗੇ, ਚਾਹੇ ਕੋਈ ਵੀ ਐਗਜ਼ਾਮਪਲ, ਚਾਹੇ ਇਲੈਕਟ੍ਰੀਸਿਟੀ ਦੀ ਖੋਜ ਹੋਈ ਜਾਂ ਹੈ ਨਾ, ਇਹ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਆਪਣੇ ਕੰਫਰਟ ਨੂੰ ਛੱਡਿਆ ਹੈ ਨਾ, ਤੇ ਦੇ ਵਰ ਏਬਲ ਟੂ ਕੰਟਰੀਬਿਊਟ ਟੂ ਦਾ ਸੋਸਾਇਟੀ ਹੈ ਨਾ। ਸੋ ਅਸੀਂ ਲੇਡ ਬੈਕ ਮੇਰੇ ਵਿਚਾਰ ਦੇ ਵਿੱਚ ਨਹੀਂ ਹੋ ਸਕਦੇ, ਹੋਣਾ ਨਹੀਂ ਚਾਹੀਦਾ। ਕਿਉਂਕਿ ਮੈਂ ਰੀਸੈਂਟਲੀ ਇੱਕ ਐਕਸਪੀਰੀਅੰਸ ਕੀਤਾ, ਖਾਸ ਤੌਰ 'ਤੇ ਹੋ ਸਕਦਾ ਕਿਸੇ ਨੂੰ ਗੁੱਸਾ ਵੀ ਲੱਗੇ, ਪਰ ਜਿਵੇਂ ਪਿੰਡ ਜਦੋਂ ਜਾਈਦਾ ਤਾਂ ਮੈਨੂੰ ਲੱਗਦਾ ਹੁੰਦਾ ਹੈ ਕਿ ਹੁਣ ਜਿਵੇਂ ਅਸੀਂ ਜੌਬ ਕਰਦੇ ਹਾਂ ਇੱਥੇ, ਕਈ ਵਾਰੀ 7 ਤੋਂ 10 ਸਾਲ ਛੋਟੇ ਬੱਚੇ ਵੀ ਸਾਡੇ ਨਾਲ ਕੰਮ ਕਰਦੇ ਨੇ ਨਾ, ਤਾਂ ਉਹ ਮੈਨੂੰ ਲੱਗਦਾ ਹੁੰਦਾ ਕਿ ਆਪਣੀ ਲਾਈਫ 'ਚ ਬਹੁਤ ਵਧੀਆ ਕਰ ਰਹੇ ਨੇ, ਕਿ ਬਹੁਤ ਸਹੀ ਟਾਈਮ 'ਤੇ ਘਰੋਂ ਬਾਹਰ ਨਿਕਲੇ, ਇਹਨਾਂ ਨੂੰ ਪਤਾ ਕਿ ਇਹਨਾਂ ਦਾ ਏਮ ਕੀ ਆ, ਇਹਨਾਂ ਨੇ ਬਣਨਾ ਕੀ ਆ, ਕੀ ਅਚੀਵ ਕਰਨਾ ਇਹਨਾਂ ਨੇ। ਹਾਲਾਂਕਿ ਕੋਈ ਰੇਸ ਨਹੀਂ ਹੈ ਇਹ, ਪਰ ਕਈ ਵਾਰ ਜਦੋਂ ਤੁਸੀਂ ਪਿੰਡ ਜਾਂਦੇ ਹੋ ਤਾਂ 30 ਸਾਲ ਦਾ ਕੋਈ ਬੱਚਾ ਹੁੰਦਾ ਜਾਂ ਕੋਈ 27 ਸਾਲ ਦਾ ਬੱਚਾ ਹੁੰਦਾ। ਮੈਂ ਕਿਸੇ ਨੂੰ ਸਵਾਲ ਕੀਤਾ ਕਿ ਤੁਸੀਂ ਫੈਸ਼ਨ ਟੈਕਨੋਲੋਜੀ ਦੀ ਪੜ੍ਹਾਈ ਕੀਤੀ ਆ, ਪਰ ਤੁਸੀਂ ਹੁਣ ਕੁਝ ਕਰ ਕਿਉਂ ਨਹੀਂ ਰਹੇ? ਕਿਉਂਕਿ ਉਹ ਕਹਿੰਦੇ ਕਿਉਂਕਿ ਇਹ ਤਾਂ ਮੰਮਾ ਚਾਹੁੰਦੇ ਸੀ ਮੈਂ ਕਰਾਂ। ਐਗਜ਼ੈਕਟਲੀ, ਕਿਉਂਕਿ ਇਸ ਸਵਾਲ ਮੈਂ ਤੁਹਾਨੂੰ ਤਾਂ ਕਰਨਾ ਚਾਹੁੰਦੀ ਹਾਂ, ਤੁਸੀਂ ਬੱਚਿਆਂ ਦੇ ਨਾਲ ਡੀਲ ਕਰਦੇ ਹੋ, ਇੱਕ ਸੈਂਟਰ ਪੂਰਾ ਚਲਾਉਂਦੇ ਹੋ, ਕਿ ਜਿਹੜੇ ਉਹ ਬੱਚੇ ਨੇ ਉਹਨਾਂ ਕੋਲ ਲਾਈਫ ਦਾ ਕੋਈ ਪਰਪਸ ਹੀ ਨਹੀਂ ਆ। ਮਤਲਬ ਇਹ ਕਿਉਂ ਰੀਜ਼ਨ? ਤੁਸੀਂ ਕਦੇ ਇਹਨਾਂ ਚੀਜ਼ਾਂ ਨੂੰ ਡੀਲ ਕਰਨ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਦੇ ਵਿੱਚ ਕੋਈ ਪਰਪਸ, ਲਾਈਫ ਨੂੰ ਲੈ ਕੇ ਏਮ ਹੀ ਹੈ ਨਹੀਂਗਾ? 30 ਸਾਲ ਦਾ ਬੱਚਾ ਵੀ ਆ, ਘਰੋਂ ਮਤਲਬ ਬੱਸ ਦਾ ਕਿਰਾਇਆ ਤੱਕ ਵੀ ਉਹ ਘਰਦਿਆਂ ਤੋਂ ਮੰਗ ਕੇ ਲੈ ਕੇ ਜਾ ਰਿਹਾ, ਤਾਂ ਉਦੋਂ ਵੀ ਨਹੀਂ ਉਹਨੂੰ 30 ਸਾਲ ਦੀ ਉਮਰ ਤੱਕ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਆਪਣੀ ਲਾਈਫ 'ਚ ਕੁਝ ਕਰਨਾ, ਮੈਂ ਆਪਣਾ ਕੋਈ ਕਰੀਅਰ ਬਣਾਉਣਾ, ਜਾਂ ਮੇਰਾ ਵੀ ਲਾਈਫ ਦਾ ਇੱਕ ਓਪੀਨੀਅਨ ਹੋਣਾ ਚਾਹੀਦਾ, ਮੇਰੀ ਇੱਕ ਪਰਸਨੈਲਿਟੀ ਹੋਣੀ ਚਾਹੀਦੀ ਆ। ਐਕਚੁਅਲੀ ਅਗੇਨ ਮੈਂ ਕਹੂੰਗੀ ਕਿ ਮੇਰਾ ਇਹ ਸੈਂਟਰ ਖੋਲ੍ਹਣ ਦਾ ਇੱਕ ਜਿਹੜਾ ਮੋਟਿਵ ਸੀ ਇਹ ਇਹੀ ਸੀ। ਜਿਸ ਤਰ੍ਹਾਂ ਮੈਨੂੰ ਲੱਗਿਆ ਕਿ ਮੈਂ ਕਾਲਜ 'ਚ ਵੀ ਜਿਹੜੇ ਬੱਚਿਆਂ ਨਾਲ ਡੀਲ ਕਰ ਰਹੀ ਸੀ, ਏਜ ਗਰੁੱਪ ਇਹੀ 17 ਸਾਲ ਔਨਵਰਡਸ, 20-21 ਸਾਲ ਤੱਕ, ਅਤੇ ਮੈਨੂੰ ਇਹ ਫੀਲ ਹੁੰਦਾ ਸੀ ਬਾਰ-ਬਾਰ। ਅਤੇ ਇਹੀ ਚੀਜ਼ ਕਿਉਂਕਿ ਮੈਂ ਜਦੋਂ ਕੈਨੇਡਾ ਦੇਖੀ ਕਿ ਬੱਚੇ ਛੋਟੇ ਇੰਡੀਪੈਂਡੈਂਟ ਹੋ ਰਹੇ ਆ, ਅਤੇ ਇਸੇ ਵਿਊ ਨੂੰ ਲੈ ਕੇ ਅਸੀਂ ਇਹ ਖੋਲ੍ਹਿਆ। ਅਤੇ ਹੁਣ ਜਦੋਂ ਓਰੀਐਂਟੇਸ਼ਨ ਸਾਡੀ ਹੁੰਦੀ ਹੈ, ਬੱਚਿਆਂ ਨੂੰ ਪਹਿਲੀ ਵਾਰੀ ਮਿਲਦੀ ਹਾਂ ਮੈਂ, ਅਤੇ ਮੇਰਾ ਕਲਾਸਿਸ ਜਦੋਂ ਕੰਡਕਟ ਕਰੀ ਦੀਆਂ ਅਤੇ ਇਹੀ ਕੁਐਸਚਨ ਮੈਂ ਉਹਨਾਂ ਨੂੰ ਕਰਦੀ ਹਾਂ, ਤੁਸੀਂ ਕਿਹੜੀ ਸਟਰੀਮ ਪੜ੍ਹੀ ਹੈ? ਬੱਚੇ ਤੇ ਕਹਿਣਗੇ ਕਾਮਰਸ। ਕਿਉਂ ਪੜ੍ਹੀ ਹੈ? ਅਗੇਨ ਪੇਰੈਂਟਸ ਨੇ ਕਿਹਾ। ਫਿਰ ਉੱਥੇ ਮੇਰਾ ਪਰਪਸ ਉੱਥੋਂ ਸ਼ੁਰੂ ਹੁੰਦਾ ਹੈ ਕਿ ਮੈਨੂੰ ਲੱਗਦਾ ਕਿ ਮੈਂ ਬੱਚੇ ਨੂੰ ਹੁਣ ਅਵੇਅਰ ਕਰਾਉਣਾ ਸ਼ੁਰੂ ਕਰਾਂ ਵੀ ਕਿ ਯੂ ਸ਼ੁਡ ਨੋ ਵੀ ਮੈਂ ਕਿੰਨੇ ਕੈਪੇਬਲ ਹਾਂ। ਫਿਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਨੀ ਹਾਂ ਵੀ ਤੁਹਾਡੇ ਅੰਦਰ ਬਹੁਤ ਕੁਝ ਹੈ, ਵੀ ਤੁਸੀਂ ਆਪਣੇ ਸਹਾਰੇ 'ਤੇ ਚੱਲਣਾ। ਇੱਕ ਐਗਜ਼ਾਮਪਲ ਬੱਚਿਆਂ ਨੂੰ ਮੈਂ ਪੁੱਛ ਰਹੀ ਸੀ, ਮੈਂ ਕਿਹਾ ਓਕੇ ਤੁਹਾਡਾ ਏਮ ਲਾਈਫ ਦਾ ਕੀ ਹੈ ਨਾ? ਅਤੇ ਇੱਕ ਬੱਚਾ ਉਹੀ ਹੋਏਗਾ 20s ਦੇ ਵਿੱਚ, ਅਤੇ ਉਹ ਕਹਿੰਦਾ ਵੀ ਮੇਰਾ ਏਮ ਹੈ ਕਿ ਮੈਂ ਆਪਣੇ ਫਾਦਰ ਵਰਗਾ ਬਣਨਾ ਹੈ ਨਾ। ਮੈਂ ਕਿਹਾ ਦੈਟ ਇਜ਼ ਵੈਰੀ ਗੁੱਡ ਵੀ ਤੁਸੀਂ ਆਪਣੇ ਫਾਦਰ ਤੋਂ ਇੰਪਰੈਸਡ ਹੋ, ਤੁਹਾਡੇ ਰੋਲ ਮਾਡਲ ਨੇ ਹੈ ਨਾ, ਹਾਰਡ ਵਰਕਿੰਗ ਨੇ, ਬਟ ਅਗੇਨ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਤੁਸੀਂ ਇੰਡੀਵਿਜੂਅਲ ਵੀ ਹੋ। ਬਿਲਕੁਲ, ਹੈ ਨਾ, ਬੀ ਯੋਰ ਸੈਲਫ, ਤਾਂ ਕਿ ਤੁਹਾਡੇ ਫਾਦਰ ਵੀ ਤੁਹਾਡੇ ਤੋਂ ਪ੍ਰਾਊਡ ਫੀਲ ਕਰਨ ਹੈ ਨਾ, ਉਹਨਾਂ ਤੋਂ ਬਿਨਾਂ ਵੀ ਤੁਸੀਂ ਤੁਰਨਾ ਸਿੱਖੋ। ਇਹ ਸਾਡਾ ਇੱਥੇ ਏਮ ਹੁੰਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਦੇ ਸ਼ੁੱਡ ਨਾਟ ਟੇਕ ਦ ਵਾਕਿੰਗ ਸਟਿਕ ਆਫ ਦੇਅਰ ਪੇਰੈਂਟਸ ਹੈ ਨਾ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕਾਮਰਸ ਲਈ ਤਾਂ ਕਿਉਂ ਲਈ ਸੀ। ਇਹ ਸੈਡਲੀ ਮੈਂ ਬਹੁਤ ਫੀਲ ਕਰਦੀ ਹਾਂ ਕਿ ਜਿਹੜੇ ਬੱਚੇ ਸਾਡੇ ਕੋਲ +2 ਤੋਂ ਬਾਅਦ, ਗ੍ਰੈਜੂਏਸ਼ਨ ਤੋਂ ਬਾਅਦ ਵੀ ਆਉਂਦੇ ਅਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਈ ਵਾਰੀ। ਅਤੇ ਦਿਸ ਇਜ਼ ਵਾਟ ਵੀ ਡੂ। ਇੰਗਲਿਸ਼ ਤਾਂ ਜਿਹੜੀ ਪੜ੍ਹਾਉਣੀ ਹੈ, 4 ਮੋਡਿਊਲਸ ਪੜ੍ਹਾਉਣੇ ਆ ਡੈਫੀਨੇਟਲੀ, ਪਰ ਇਹ ਜ਼ਰੂਰ ਇੱਕ ਜ਼ਿੰਮੇਵਾਰੀ ਫੀਲ ਕਰੀਦੀ ਹੈ ਵੀ ਇਹਨਾਂ ਨੂੰ ਜੇ ਇਸ ਇੰਸਟੀਚਿਊਟ 'ਚ ਆਏ ਆ ਤਾਂ ਦੇ ਸ਼ੁੱਡ ਵਾਕ ਆਊਟ ਵਿਦ ਦਾ ਕੌਨਫੀਡੈਂਸ ਕਿ ਜ਼ਿੰਦਗੀ ਹੈ, ਇਸ ਤਰ੍ਹਾਂ ਅਸੀਂ ਫੇਸ ਕਰਨੀ ਹੈ, ਕਿ ਇਹ ਮੈਂ ਹਾਂ। ਜਿਹੜੀ ਮੋਟੀਵੇਸ਼ਨ ਹੈ ਉਹ ਸਿਰਫ ਪੇਰੈਂਟਸ ਜਾਂ ਸਿਰਫ ਟੀਚਰਸ ਜਾਂ ਫੈਮਿਲੀ ਤੋਂ ਨਾ ਹੋਵੇ, ਇਟ ਸ਼ੁੱਡ ਕਮ ਫਰੋਮ ਵਿਦਿਨ। ਸੈਲਫ ਮੋਟੀਵੇਟਡ ਬੱਚੇ ਹੋਣੇ ਚਾਹੀਦੇ ਆ। ਅਤੇ ਜਿਵੇਂ ਸਭ ਦਾ ਇਹੀ ਆ, ਤੁਸੀਂ ਵੀ ਆਇਲਸ ਦੀ ਟ੍ਰੇਨਿੰਗ ਦਿੰਦੇ ਹੋ, ਤੁਸੀਂ ਕਈ ਵਾਰ ਜਦੋਂ ਤੁਹਾਡੇ ਕੋਲ ਬੱਚੇ ਆਉਂਦੇ ਨੇ ਕਿ ਤੁਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਹੋ ਕਿ ਤੁਸੀਂ ਆਇਲਸ ਕਿਉਂ ਕਰਨਾ ਚਾਹੁੰਦੇ ਹੋ? ਕਿਉਂਕਿ ਜਿਵੇਂ ਮੈਂ ਕਿਹਾ ਕਿ ਬੱਚੇ ਪੜ੍ਹ ਲਿਖ ਜਾਂਦੇ ਨੇ, ਈਵਨ ਮਾਸਟਰਸ ਵੀ ਕਰ ਲੈਂਦੇ ਨੇ, ਉਹ ਇੱਥੇ ਕੋਈ ਓਪਰਚੁਨਿਟੀ ਦੇਖਣ ਦੀ ਬਜਾਏ ਉਹਨਾਂ ਨੂੰ ਇਹ ਲੱਗਦਾ ਹੈ ਕਿ ਜ਼ਿੰਦਗੀ ਤਾਂ ਬਾਹਰ ਹੀ ਆ,
ਜਾਂ ਉਹ ਆਪਣੀ ਕੋਈ ਬਹੁਤ ਵਧੀਆ ਰੈਗੂਲਰ ਜੌਬ ਛੱਡ ਕੇ ਵੀ ਆਇਲਸ ਕਰਨ ਲੱਗ ਜਾਂਦੇ ਨੇ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇੱਥੇ ਨਹੀਂ ਮੈਂ ਕੁਛ ਕਰਨਾ, ਜੇ ਮੈਂ ਕੁਛ ਕਰੂੰ ਤਾਂ ਮੈਂ ਬਾਹਰ ਜਾ ਕੇ ਕਰੂੰ, ਹੈ ਨਾ। ਸੋ ਤੁਹਾਡਾ ਉਹਨਾਂ ਨੂੰ ਇੱਕ ਕੁਐਸਚਨ ਰਹਿੰਦਾ ਹੈ ਕਿ ਤੁਸੀਂ ਆਇਲਸ ਕਰਨਾ ਕਿਉਂ ਚਾਹੁੰਦੇ ਹੋ? ਡੈਫੀਨੇਟਲੀ ਬੇਸਿਕ ਕੁਐਸਚਨਸ ਦੇ ਵਿੱਚੋਂ ਹੀ ਰਹਿੰਦਾ ਕਿ ਆਇਲਸ ਕਿਉਂ ਕਰਨੀ ਹੈ। ਤੇ ਅਗੇਨ ਉਹਨਾਂ ਦਾ ਇੱਕ ਬੜਾ ਸੈੱਟ ਜ਼ਿਆਦਾ ਬੱਚਿਆਂ ਦਾ ਇਹੀ ਹੁੰਦਾ ਕਿ ਅਸੀਂ ਕੈਨੇਡਾ ਜਾਣਾ ਹੈ ਨਾ, ਤੇ ਉੱਥੋਂ ਫਿਰ ਅਗੇਨ ਸਾਡੀ ਟ੍ਰੇਨਿੰਗ ਸ਼ੁਰੂ ਹੁੰਦੀ ਹੈ ਵੀ ਆਪਾਂ ਇੱਕ ਗਲੋਬਲ ਵਰਲਡ 'ਚ ਰਹਿ ਰਹੇ ਹਾਂ, ਹੈ ਨਾ। ਇਹਦੇ ਵਿੱਚ ਸਿਰਫ ਕੈਨੇਡਾ ਜਾਣਾ ਹੀ ਸਾਡਾ ਇੱਕ ਉਦੇਸ਼ ਨਹੀਂ ਹੈ। ਅਗੇਨ ਇੱਕ ਓਵਰਆਲ ਪਰਸਨੈਲਿਟੀ ਸਾਡੀ ਕਿੱਦਾਂ ਹੋ ਰਹੀ ਹੈ, ਤੇ ਇੰਗਲਿਸ਼ ਜਿਹੜੀ ਹੈਗੀ ਹੈ ਦੈਟ ਇਜ਼ ਵੈਰੀ ਇੰਪੋਰਟੈਂਟ ਇੰਟਰਨੈਸ਼ਨਲ ਲੈਂਗੁਏਜ, ਹੈ ਨਾ। ਚਾਹੇ ਅਸੀਂ ਇੱਥੇ ਕੰਮ ਕਰਦੇ ਹਾਂ ਮਲਟੀਨੈਸ਼ਨਲ ਕੰਪਨੀਜ਼, ਚਾਹੇ ਸਾਡੀ ਇੱਛਾ ਹੈ ਅਬਰੋਡ ਜਾਣ ਦੀ, ਤੇ ਜਿਸ ਤਰ੍ਹਾਂ ਹਰ ਇੱਕ ਬੱਚੇ ਦਾ ਰਾਈਟ ਹੈ ਜੇ ਉਹ ਜਾਣਾ ਚਾਹੁੰਦੇ ਆ, ਓਕੇ ਦੇ ਸ਼ੁੱਡ ਗੋ, ਤੇ ਉਹਨਾਂ ਦੇ ਜਾਣ ਨਾਲ ਯੈਸ ਅਗੇਨ ਗਲੋਬਲ ਵਰਲਡ ਹੈ, ਬੜੀ ਦੁਨੀਆ ਛੋਟੀ ਹੋ ਗਈ ਹੈ। ਪਰ ਅਸੀਂ ਉਹਨਾਂ ਨੂੰ ਜ਼ਰੂਰ ਇਹ ਪਹਿਲੇ ਹਫਤੇ ਦੇ ਵਿੱਚ ਹੀ ਉਹਨਾਂ ਤੋਂ ਹੋਰ ਆਨਸਰਸ ਭਾਲਦੇ ਹਾਂ ਵੀ ਆਇਲਸ ਕਿਉਂ, ਹੈ ਨਾ, ਮਤਲਬ ਓਨਲੀ ਗੋਇੰਗ ਅਬਰੋਡ ਜਾਂ ਕੋਈ ਹੋਰ ਰੀਜ਼ਨਸ ਵੀ, ਕਿਉਂਕਿ ਬਲਾਈਂਡ ਫੇਥ ਵੀ ਹੁੰਦਾ ਨਾ ਕਿ ਉੱਧਰ ਜਾ ਕੇ ਤਾਂ ਅਸੀਂ ਫਿਰ ਸੈਟਲਡ ਹੀ ਆ। ਜਿਵੇਂ ਪਹਿਲਾਂ ਵੀ ਤੁਸੀਂ ਗੱਲ ਕੀਤੀ ਸੀ ਭੈਣ, ਉਹਨਾਂ ਨੇ ਵੀ ਕਿਹਾ ਸੀ ਕਿ ਆਪਾਂ ਇੰਟਰਵਿਊ 'ਚ ਗੱਲ ਰੱਖਾਂਗੇ ਕਿ ਫੇਲੀਅਰਸ ਦੇ ਲਈ ਅਸੀਂ ਬੱਚਿਆਂ ਨੂੰ ਰੈਡੀ ਨਹੀਂ ਕਰਦੇ ਕਦੇ ਵੀ। ਬਿਲਕੁਲ। ਇੱਥੇ ਮੈਨੂੰ ਲੱਗਦਾ ਕਿ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਕਿ ਸ਼ੁਰੂ ਤੋਂ ਆਪਾਂ ਬੱਚੇ ਨੂੰ, ਹਾਲੇ ਬੱਚਾ ਤੁਰਨਾ ਮਸਾਂ ਸਿੱਖਦਾ ਤੇ ਅਸੀਂ ਉਹਦੇ ਤੋਂ ਐਕਸਪੈਕਟੇਸ਼ਨਸ ਰੱਖਦੇ ਹਾਂ, ਹੈ ਨਾ। ਤੁਰ ਵੀ ਰਿਹਾ ਤਾਂ ਇਹ ਭੱਜ ਕਿਉਂ ਨਹੀਂ ਰਿਹਾ, ਹੈ ਨਾ। ਸਿਮਿਲਰਲੀ ਸਕੂਲ ਜਾ ਰਿਹਾ ਤਾਂ ਟੌਪ ਕਿਉਂ ਨਹੀਂ ਕਰ ਰਿਹਾ, ਹੈ ਨਾ। ਤੇ ਇਹ ਆਪਾਂ ਆਪਣੀ ਸੁਸਾਇਟੀ 'ਚ ਦੇਖ ਰਹੇ ਹਾਂ ਕਿ ਆਪਾਂ ਹਮੇਸ਼ਾ ਬੱਚੇ ਨੂੰ ਇੱਕ ਟਾਰਗੇਟ ਦੇਤਾ, ਚਾਹੇ ਆਇਲਸ ਹੈ ਕਿ ਇੰਨੇ ਬੈਂਡ ਲੈਣੇ ਆ, ਤੇ ਉਹ ਇੰਨੇ ਪ੍ਰੈਸ਼ਰ 'ਚ ਹੁੰਦੇ ਆ ਬੱਚੇ, ਤੇ ਕਦੇ ਵੀ ਇਹ ਨਹੀਂ ਕਹਿੰਦੇ ਵੀ ਕੋਈ ਗੱਲ ਨਹੀਂ ਬੱਚੇ, ਜੇ ਤੂੰ ਤੁਰਦਾ ਤੁਰਦਾ ਡਿੱਗ ਵੀ ਪਿਆ ਇਟਸ ਆਲ ਰਾਈਟ, ਉੱਠ ਕੇ ਤੁਰ ਪੈ, ਹੈ ਨਾ। ਕਿਉਂਕਿ ਲਾਈਫ ਜਿਹੜੀ ਹੈਗੀ ਆ ਉਹ ਹਮੇਸ਼ਾ ਅਪ ਨਹੀਂ ਚੱਲਦੀ, ਹੈ ਨਾ, ਅਪ ਐਂਡ ਡਾਊਨ। ਤੇ ਬੱਚੇ ਨੂੰ ਜ਼ਰੂਰ ਇਹ ਟ੍ਰੇਨਿੰਗ, ਇਹ ਪੇਰੈਂਟਸ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਦੋਨੋਂ ਪੱਖਾਂ ਲਈ ਤਿਆਰ ਰੱਖੀਏ, ਕਿਉਂਕਿ ਦਿਸ ਇਜ਼ ਰਿਐਲਿਟੀ, ਦਿਸ ਇਜ਼ ਲਾਈਫ ਇਨ ਟੋਟੈਲਿਟੀ। ਲਾਈਫ ਹੈ ਹੀ ਇਹ ਹੈ, ਉੱਪਰ ਤੇ ਨੀਚੇ। ਮੈਂ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਮਤਲਬ ਕਿਸੇ ਨੂੰ ਮਿਲੀ ਸੀਗੀ, ਉਹ ITI ਇੰਸਟ੍ਰਕਟਰ ਸੀਗੇ, ਤਾਂ ਉਹ ਕਹਿੰਦੇ ਕਿ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਇਹ ਪਤਾ ਕਿ +2 ਤੋਂ ਬਾਅਦ ਅਸੀਂ ਬਾਹਰ ਜਾਣਾ ਹੈ ਨਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ 10th ਤੋਂ ਬਾਅਦ ਅਸੀਂ ਕਿਹੜੇ ਕੋਰਸਿਸ ਨੇ ਜਿਹੜੇ ਚੂਜ਼ ਕਰੀਏ, ਚਾਹੇ ਅਸੀਂ ਇੱਧਰ ਰਹਿਣਾ, ਸਾਡਾ ਕਰੀਅਰ ਆ ਜਿਹੜਾ ਕਿਸ ਚੀਜ਼ 'ਚ ਬਣ ਸਕਦਾ, ਹੈ ਨਾ। ਤਾਂ ਮੈਨੂੰ ਵੀ ਜਿਵੇਂ ਹਜੇ 4-5 ਸਾਲ ਪਹਿਲਾਂ ਹੀ ਮੈਨੂੰ ਪਤਾ ਲੱਗਿਆ ਕਿ 10th ਤੋਂ ਬਾਅਦ ਤੁਸੀਂ ਬੱਚੇ ਨੂੰ ਕਰੀਅਰ ਕੰਸਲਟੈਂਟ ਕੋਲੇ ਲੈ ਕੇ ਜਾਓ, ਹੈ ਨਾ। ਤੇ ਬਹੁਤ ਸਾਰੇ ਮਾਪਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ। ਤੁਹਾਨੂੰ ਲੱਗਦਾ ਵੀ 10th ਤੋਂ ਬਾਅਦ ਬੱਚੇ ਦਾ ਕਰੀਅਰ ਕੰਸਲਟੈਂਟ ਕੋਲੇ ਜਾਣਾ ਬਹੁਤ ਜ਼ਰੂਰੀ ਹੈ, ਚਾਹੇ ਉਹ ਅਬਰੋਡ ਜਾ ਰਿਹਾ, ਚਾਹੇ ਉਹ ਇੱਧਰ ਰਹਿਣਾ ਚਾਹੁੰਦਾ ਹੈ? ਮੈਨੂੰ ਇਸ ਤਰ੍ਹਾਂ ਲੱਗਦਾ ਵੀ ਕਰੀਅਰ ਕੰਸਲਟੈਂਟ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜੇ ਜਿਸ ਤਰ੍ਹਾਂ ਆਪਾਂ ਬੱਚੇ ਗਰੋ ਕਰ ਰਹੇ ਆ 9th 10th ਈਵਨ ਇਸ ਤੋਂ ਵੀ ਪਹਿਲਾਂ, ਆਪਾਂ ਬੱਚਿਆਂ ਨੂੰ ਡਿਫਰੈਂਟ ਪ੍ਰੋਫੈਸ਼ਨਲਸ ਨੂੰ ਮਿਲਾਈਏ। ਐਗਜ਼ੈਕਟਲੀ, ਹੈ ਨਾ। ਮੰਨ ਲਓ ਤੁਸੀਂ ਹਰ ਤਰ੍ਹਾਂ ਦੇ ਪ੍ਰੋਫੈਸ਼ਨਲ ਨੂੰ ਮਿਲਾਓ, ਚਾਹੇ ਉਹ ਕੋਈ ਕੰਸਟਰਕਸ਼ਨ ਸਾਈਟ 'ਤੇ ਜਾ ਰਹੇ ਆ, ਜਾਂ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਨਰਸ ਹੈ, ਪੁਲਿਸ ਦੇ ਵਿੱਚ ਹੈ, ਉਹਨਾਂ ਨੂੰ ਐਕਸਪੋਜ਼ਰ ਮਿਲੇ, ਉਹਨਾਂ ਨੂੰ ਆਪਾਂ ਗਰੋ ਕਰਨ ਦੇਈਏ ਬੱਚਿਆਂ ਨੂੰ ਕਿ ਤੁਸੀਂ ਦੇਖੋ ਤੁਹਾਨੂੰ ਕੀ ਚੰਗਾ ਲੱਗਦਾ, ਤੇ ਪੇਰੈਂਟਸ ਤੇ ਟੀਚਰਸ ਮਿਲ ਕੇ ਉਹਨਾਂ ਦੀ ਗਰੋਇੰਗ ਏਜ ਦੇ ਵਿੱਚ ਉਹਨਾਂ ਦੀ ਮਦਦ ਕਰੀਏ। ਜਿਵੇਂ ਮੈਂ ਸਾਲ 1.5 ਸਾਲ ਪਹਿਲਾਂ ਭੈਣ ਗੁਰਵੀਰ, ਡਾਕਟਰ ਗੁਰਵੀਰ ਨੇ PAU ਦੇ ਵਿੱਚ, ਉਹਨਾਂ ਦੇ ਨਾਲ ਆਪਾਂ ਇੰਟਰਵਿਊ ਕੀਤਾ ਸੀ, ਤਾਂ ਉਹ ਕਹਿੰਦੇ ਕਿ ਆਪਣੀ ਹਮੇਸ਼ਾ ਘਰਾਂ ਦੇ ਵਿੱਚ ਕੀ ਡਿਸਕਸ਼ਨ ਹੁੰਦੀ ਆ ਬੱਚਿਆਂ ਦੀ ਤੇ ਪੇਰੈਂਟਸ ਦੀ, ਉਹਨਾਂ ਨੂੰ ਦੱਸਿਆ ਜਾਂਦਾ ਕਿ ਪ੍ਰੋਫੈਸ਼ਨ ਕਿਹੜੇ ਨੇ, ਡਾਕਟਰ, ਇੰਜੀਨੀਅਰ ਤੇ ਟੀਚਰ। ਕਹਿੰਦੇ ਕਦੇ ਪੇਰੈਂਟਸ ਇਹ ਨਹੀਂ ਕਹਿੰਦੇ ਕਿ ਜਿਹੜੀ ਤੁਸੀਂ ਕੰਧ ਦੇ ਉੱਪਰ ਘੜੀ ਚੱਲਦੀ ਦੇਖ ਰਹੇ ਹੋ, ਤੁਹਾਨੂੰ ਪਤਾ ਇਹ ਵੀ ਕਿਸੇ ਨੇ ਬਣਾਈ ਹੋਊਗੀ, ਜਾਂ ਜਿਸੇ ਡਾਈਨਿੰਗ ਟੇਬਲ ਤੇ ਬੈਠ ਕੇ ਤੁਸੀਂ ਰੋਟੀ ਖਾ ਰਹੇ ਹੋ ਇਹ ਵੀ ਕਿਸੇ ਨੇ ਬਣਾਇਆ ਹੋਊਗਾ। ਕਹਿੰਦੇ ਆਪਣੇ ਘਰ ਦੇ ਵਿੱਚ ਹੀ ਆਪਣੇ ਕੋਲ ਕਿੰਨੇ ਪ੍ਰੋਫੈਸ਼ਨ ਨੇ ਜਿਨ੍ਹਾਂ ਦੇ ਨਾਲ ਤੁਸੀਂ ਬੱਚਿਆਂ ਨੂੰ ਇੰਟਰੋਡਿਊਸ ਕਰਵਾ ਸਕਦੇ ਹੋ ਕਿ ਸਿਰਫ ਪ੍ਰੋਫੈਸ਼ਨ ਚੋਇਸ ਇਹੀ ਨਹੀਂ ਹੋ ਸਕਦੀ, ਕਰੀਅਰ ਚੋਇਸ ਇਹੀ ਨਹੀਂ ਆ, 3-4 ਆਪਸ਼ਨਸ ਨਹੀਂ, ਹੋਰ ਵੀ ਬਹੁਤ ਸਾਰੇ ਆਪਸ਼ਨਸ ਨੇ। ਉਹ ਕਹਿੰਦੇ ਕਈ ਵਾਰ ਕਿਸੇ ਬੱਚੇ 'ਚ ਡਾਕਟਰ ਬਣਨ ਦੀ ਕੈਪੇਬਿਲਿਟੀ ਨਹੀਂ ਹੈਗੀ, ਇੰਜੀਨੀਅਰ ਬਣਨ ਦੀ ਨਹੀਂ ਹੈਗੀ, ਹੋ ਸਕਦਾ ਉਹ ਆਰਟਿਸਟ ਬਹੁਤ ਚੰਗਾ ਹੋਵੇ। ਬਿਲਕੁਲ ਠੀਕ ਹੈ। ਜਿਵੇਂ ਤੁਸੀਂ ਖੁਦ ਵੀ ਪੇਂਟਿੰਗ ਕਰਦੇ ਹੋ, ਹੈ ਨਾ, ਤਾਂ ਇਹ ਵੀ ਇੱਕ ਬੱਚੇ ਦਾ ਕੋਈ ਸਕਿੱਲ ਹੋ ਸਕਦਾ। ਤਾਂ ਆਪਾਂ ਅਸਲ ਦੇ ਵਿੱਚ ਦੱਸਣ ਵਾਲੇ ਨੂੰ ਹੀ ਪਹਿਲਾਂ
ਪਤਾ ਨਹੀਂ ਹੁੰਦਾ ਕਿ ਤੁਸੀਂ ਬੱਚੇ ਨੂੰ ਡਿਫਰੈਂਟ ਕਾਈਂਡ ਆਫ ਜਿਹੜੇ ਪ੍ਰੋਫੈਸ਼ਨਸ ਨੇ, ਕਰੀਅਰਸ ਨੇ, ਉਹਨਾਂ ਬਾਰੇ ਕਿਵੇਂ ਦੱਸਣਾ ਜਾਂ ਕਿਵੇਂ ਇੰਟਰੋਡਿਊਸ ਕਰਵਾਉਣਾ ਹੈ। ਸੋ ਬੱਚੇ ਕੋਲ ਵੀ ਉਹੀ ਲਿਮਿਟਿਡ ਚੋਇਸ ਰਹਿ ਜਾਂਦੀ ਹੈ ਅਤੇ ਉਹ ਲਿਮਿਟਿਡ ਚੋਇਸ ਦੇ ਵਿੱਚ ਰੇਸ ਇੰਨੀ ਜ਼ਿਆਦਾ ਹੁੰਦੀ ਆ, ਤਾਂ ਉਹਨੂੰ ਲੱਗਦਾ ਕਿ ਮੇਰੀ ਲਾਈਫ ਦਾ ਸਰਵਾਈਵਲ ਬਹੁਤ ਔਖਾ ਹੋਣਾ ਹੈ ਨਾ। ਹਾਂ ਐਕਚੁਅਲੀ ਆਪਾਂ ਸਕਸੈਸ ਨੂੰ ਕੁਝ ਪ੍ਰੋਫੈਸ਼ਨਸ ਨਾਲ ਹੀ ਜੋੜ ਲਿਆ ਹੈ ਨਾ। ਮੇਰੇ ਇੱਕ ਕੁਲੀਗ, ਉਹਨਾਂ ਦਾ ਬੇਟਾ ਪੜ੍ਹਾਈ ਦੇ ਵਿੱਚ ਕਾਫੀ ਠੀਕ ਠਾਕ ਸੀ, ਪਰ ਮੈਂ ਜਿੰਨੀ ਕੁ ਵਾਰੀ ਉਸ ਬੱਚੇ ਨਾਲ ਇੰਟਰੈਕਟ ਕੀਤਾ ਤੇ ਮੈਨੂੰ ਲੱਗਿਆ ਕਿ ਉਹ ਐਕਸਟਰਾਆਰਡੀਨਰੀ ਹੈ ਨਾ, ਵੀ ਠੀਕ ਹੈ ਉਹਨੂੰ ਨਹੀਂ ਲਿਖਣਾ ਆ ਰਿਹਾ ਪ੍ਰੋਪਰਲੀ, ਇਟਸ ਆਲ ਰਾਈਟ। ਅਤੇ ਅੱਜ ਉਹ ਇੰਨਾ ਕੁ ਸਕਸੈਸਫੁਲ ਆਰਟਿਸਟ ਹੈ। ਤੁਸੀਂ ਆਰਟਿਸਟ ਦੀ ਗੱਲ ਕੀਤੀ ਕਿ ਉਹ ਜਿਸ ਤਰ੍ਹਾਂ ਆਪਣੇ ਐਨਕਾਂ ਦੇ ਫਰੇਮਸ ਹੁੰਦੇ ਆ ਹੈ ਨਾ, ਉਹ ਵੁਡਨ ਬਣਾਉਂਦਾ ਹੈ ਨਾ, ਮਤਲਬ ਉਹਦੀ ਇੱਕ ਇੱਕ ਚੀਜ਼। ਐਂਡ ਸਭ ਤੋਂ ਵੱਡੀ ਗੱਲ ਹੈ ਵੀ ਉਹ ਖੁਸ਼ ਹੈ ਨਾ, ਉਹ ਖਿਲ ਗਿਆ। ਮਤਲਬ ਜਿਸ ਇੱਕ ਉਸ ਚੱਕਰ ਦੇ ਵਿੱਚ ਜਿੱਦਾਂ ਹਰ ਇੱਕ ਨੂੰ ਆਪਾਂ ਪੀਸਣ ਲੱਗ ਜਾਂਦੇ ਹਾਂ, ਅਤੇ ਅਗੇਨ ਆਪਾਂ ਚਾਹੁੰਦੇ ਹਾਂ ਵੀ ਬਾਹਰੋਂ ਇੱਕ ਬੜਾ ਵੱਡਾ ਟਰੀ ਜਿਸ ਤਰ੍ਹਾਂ ਹੈਗਾ ਹੈ ਨਾ, ਉਹ ਫਲਾਵਰ ਕਰੇ, ਪਰ ਰੂਟ ਆਪਾਂ ਕੁਛ ਨਹੀਂ ਦੇ ਰਹੇ ਉਹਨੂੰ ਹੈ ਨਾ, ਅਤੇ ਰੂਟ ਆਪੇ ਹੀ ਕੱਟ ਰਹੇ ਆ ਉਹਨਾਂ ਨੂੰ ਆਈਡੀਆਜ਼ ਦੇ ਕੇ, ਨਹੀਂ ਇਹੀ ਚੰਗਾ, ਕੰਪੈਰੀਜ਼ਨਸ 'ਚ ਪਾ ਕੇ। ਅਤੇ ਆਪਾਂ ਬੱਚੇ ਨੂੰ ਕਦੇ ਇਹ ਨਹੀਂ ਦੱਸਿਆ ਵੀ ਤੂੰ ਯੂਨੀਕ ਹੈ। ਮੈਂ ਅਖਬਾਰਾਂ 'ਚ ਜਿਵੇਂ ਆਪਾਂ ਨਾ ਹਰੇਕ ਸਾਲ ਕਿ ਹਰ ਮਹੀਨੇ ਹੀ ਪੜ੍ਹਦੇ ਹਾਂ, ਮਤਲਬ ਜਦੋਂ ਲੋਕ ਇੱਦਾਂ ਦੀਆਂ ਖਬਰਾਂ ਦਿੰਦੇ ਆ ਕਿ ਹਜ਼ਾਰਾਂ ਕਰੋੜ ਸਾਡੇ ਬਾਹਰ ਜਾ ਰਹੇ ਨੇ ਹੈ ਨਾ, ਮਤਲਬ ਸਟੂਡੈਂਟ ਵੀਜ਼ੇ 'ਤੇ ਜਿਹੜੇ ਬੱਚੇ ਜਾਂਦੇ ਆ ਉਹਨਾਂ ਦੀਆਂ ਫੀਸਾਂ ਦੇ ਥਰੂ, ਜਾਂ ਫਿਰ ਉੱਧਰੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਕਿ ਬੱਚਾ ਕੰਮ ਨਹੀਂ ਮਿਲ ਰਿਹਾ, ਬੱਚਾ ਫੀਸ ਵੀ ਨਹੀਂ ਭਰ ਸਕਿਆ ਅਤੇ ਡਿਪਰੈਸ਼ਨ ਹੋ ਗਿਆ ਜਾਂ ਸੁਸਾਈਡ ਕਰ ਰਹੇ ਨੇ ਬੱਚੇ ਨਾ। ਤਾਂ ਤੁਹਾਡੇ ਕੋਲ ਵੀ ਇੱਦਾਂ ਦੇ ਕੋਈ ਬੱਚੇ ਆਉਂਦੇ ਆ ਜਿਹੜੇ ਕਹਿੰਦੇ ਕਿ ਅਸੀਂ ਨਹੀਂ ਜਾਣਾ ਚਾਹੁੰਦੇ, ਮਤਲਬ ਸਾਡੇ 'ਤੇ ਸੁਸਾਇਟੀ ਦਾ ਪ੍ਰੈਸ਼ਰ ਆ, ਜਾਂ ਪੇਰੈਂਟਸ ਚਾਹੁੰਦੇ ਨੇ ਕਿ ਤੁਸੀਂ ਬਾਹਰ ਜਾਓ, ਉੱਥੇ ਹੀ ਤੁਹਾਨੂੰ ਵਧੀਆ ਮੌਕੇ ਮਿਲਣਗੇ ਹੈ ਨਾ, ਅਤੇ ਇੱਦਾਂ ਦੇ ਬੱਚੇ ਆਉਂਦੇ ਆ? ਜਾਂ ਜਾਣ ਦਾ ਰੀਜ਼ਨ ਕੀ ਹੁੰਦਾ ਉਹਨਾਂ ਦਾ ਮੇਨਲੀ? ਜ਼ਿਆਦਾ ਤਾਂ ਦੇਖੋ ਉਹਨਾਂ ਨੂੰ ਲੱਗਦਾ ਹੈ ਕਿ ਸੈਟਲਮੈਂਟ ਉੱਥੇ ਬੈਟਰ ਹੈ ਨਾ। ਸੈਟਲਮੈਂਟ ਮੇਰੇ ਹਿਸਾਬ ਨਾਲ ਬੈਟਰ ਇੱਥੇ ਵੀ ਉਨੀ ਹੀ ਹੋ ਸਕਦੀ ਹੈ ਨਾ, ਪਰ ਜ਼ਿਆਦਾ ਉਹਨਾਂ ਨੂੰ ਇਹ ਫੀਡ ਪੇਰੈਂਟਸ ਵੀ, ਸੋਸਾਇਟੀ ਨੇ ਵੀ, ਐਂਡ ਯੈਸ ਆਫ ਕੋਰਸ ਰਿਐਲਿਟੀ ਵੀ ਹੈ ਕਿ ਬਹੁਤ ਜ਼ਿਆਦਾ ਆਪਣੀਆਂ ਇੱਥੇ ਜੌਬਸ ਨਹੀਂ ਹੁੰਦੀਆਂ, ਅਤੇ ਉੱਥੇ ਫਿਰ ਉਹਨਾਂ ਨੂੰ ਮਤਲਬ ਐਟਲੀਸਟ ਇੱਕ ਬੜੀ ਡੀਸੈਂਟ ਸਰਵਾਈਵਲ ਮਿਲਦੀ ਹੈ, ਅਤੇ ਉਹਨਾਂ ਲਈ ਇੱਕ ਅਟਰੈਕਸ਼ਨ ਬਣ ਜਾਂਦਾ ਕਿ ਅਸੀਂ ਬਾਹਰ ਜਾ ਕੇ ਐਟਲੀਸਟ ਮਤਲਬ ਵੀ ਵਿਲ ਬੀ ਏਬਲ ਟੂ ਸਰਵਾਈਵ। ਅਤੇ ਜਿਹੜੀ ਤੁਸੀਂ ਡਿਪਰੈਸ਼ਨ ਵਾਲੀ ਗੱਲ ਕੀਤੀ ਉਹ ਵੀ ਬਿਲਕੁਲ ਸਹੀ ਹੈ, ਵੀ ਉੱਥੇ ਜਾ ਕੇ ਜਦੋਂ ਬੱਚੇ +2 ਤੋਂ ਬਾਅਦ 18-19 ਸਾਲ ਦੀ ਉਮਰ 'ਚ ਜਾਂਦੇ ਹੈ, ਅਤੇ ਇੱਥੋਂ ਇੰਡੀਆ ਤੋਂ ਉਹ ਕਦੇ ਉਹੀ ਗੱਲ ਕਿ ਲੁਧਿਆਣਾ ਜਾਂ ਚੰਡੀਗੜ੍ਹ ਵੀ ਨਹੀਂ ਦੇਖਿਆ, ਅਤੇ ਅਚਾਨਕ ਉਹਨਾਂ ਦੇ ਮੋਢਿਆਂ 'ਤੇ ਤੁਸੀਂ ਇੰਨਾ ਭਾਰ ਦੇਖ ਲਓ ਵੀ ਪੜ੍ਹਨਾ ਵੀ ਹੈ, ਕਮਾਉਣਾ ਵੀ ਹੈ, ਅਤੇ ਯੈਸ ਜਾਂ ਤਾਂ ਅਸੀਂ ਉਹਨਾਂ ਨੂੰ ਇੰਨਾ ਪ੍ਰਿਪੇਅਰ ਕਰਕੇ ਭੇਜੀਏ ਕਿ ਇਹ ਸਟਰਗਲ ਹੈ, ਇਸ ਤਰ੍ਹਾਂ ਰੀਅਲ ਪਿਕਚਰ ਦੇ ਕੇ ਭੇਜੀਏ ਬੱਚਿਆਂ ਨੂੰ। ਜੇ ਭੇਜਣਾ ਵੀ ਹੈ ਤਾਂ ਇੱਕ ਰੀਅਲ ਪਿਕਚਰ ਹੋਏ ਵੀ ਇੱਦਾਂ ਸਟਰਗਲ ਕਰਨਾ ਪਏਗਾ, ਇਸ ਤਰ੍ਹਾਂ ਪੜ੍ਹਨਾ ਵੀ ਹੈ, ਮੈਨੇਜ ਵੀ ਕਰਨਾ, ਤਾਂ ਦੇਅਰ ਸ਼ੁੱਡ ਬੀ ਬੈਲੈਂਸ ਇਨ ਲਾਈਫ। ਬੱਚੇ ਦੀਆਂ ਰੂਟਸ ਵੀ ਉਨੀਆਂ ਸਟਰੋਂਗ ਕਰਕੇ ਭੇਜੀਏ ਵੀ ਉਹ ਅਗੇਨ ਫੇਲੀਅਰ ਲਈ ਵੀ ਤਿਆਰ ਕਰਕੇ ਭੇਜੀਏ ਵੀ ਇਹ ਸਾਰਾ ਕੁਛ ਉੱਥੇ ਹੋ ਸਕਦਾ ਅਤੇ ਹੁੰਦਾ ਵੀ ਹੈ। ਆਇਲਸ ਦੀਆਂ ਕੁਝ ਕਿਤਾਬਾਂ ਵੀ ਤੁਸੀਂ ਲਿਖੀਆਂ ਨੇ, ਅਤੇ ਖੁਦ ਕਿਤਾਬਾਂ ਲਿਖਣ ਦਾ ਕੀ ਰੀਜ਼ਨ ਸੀਗਾ? ਜਦੋਂ ਮੈਂ ਉਹੀ 18 ਦੇ ਵਿੱਚ ਅਸੀਂ ਸੈਂਟਰ ਖੋਲ੍ਹਿਆ ਅਤੇ ਮੈਂ ਬੱਚਿਆਂ ਨਾਲ ਡੀਲ ਕੀਤਾ, ਅਤੇ ਖੰਨਾ ਕਾਫੀ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਕਿ ਆਪਣੇ ਆਸ-ਪਾਸ ਕਾਫੀ ਪਿੰਡ ਲੱਗਦੇ ਆ, ਅਤੇ ਸਮਹਾਓ ਮੈਨੂੰ ਇਹ ਲੱਗਦਾ ਕਿ ਇੰਗਲਿਸ਼ ਲਈ ਅਸੀਂ ਆਸ-ਪਾਸ ਸਪੈਸ਼ਲੀ ਇੱਥੇ ਅਸੀਂ ਬੱਚੇ ਸਾਡੇ ਉਨੇ ਪ੍ਰੀਪੇਅਰਡ ਨਹੀਂ ਹੈ। ਕਈ ਬੱਚੇ ਸਾਡੇ ਕੋਲ ਇਹੋ ਜਿਹੇ ਆਉਂਦੇ ਆ ਕਿ ਜਿਨ੍ਹਾਂ ਨੂੰ ਤੁਸੀਂ ਪੁੱਛੋ ਵੀ ਤੁਹਾਡਾ ਨਾਮ ਕੀ ਹੈ ਤਾਂ ਉਹ ਨਹੀਂ ਦੱਸ ਪਾਉਂਦੇ ਸੀ ਹੈ ਨਾ, ਅਤੇ ਮੈਨੂੰ ਇਹ ਲੱਗਿਆ ਵੀ ਇਹਨਾਂ ਦੀ ਹੈਲਪ ਕਰਨੀ। ਅਗੇਨ ਇੱਥੇ ਤੁਹਾਡੀ ਫੇਰ ਆ ਜਾਂਦੀ ਹੈ ਵੀ ਤੁਸੀਂ ਇੰਟਰਨੈਟ ਤੋਂ ਵੀ ਮਟੀਰੀਅਲ ਪਿਕ ਕਰ ਸਕਦੇ ਹੋ, ਵੈਰੀ ਈਜ਼ੀ ਚੋਇਸ, ਪਰ ਮੈਨੂੰ ਕਦੇ ਸੈਟਿਸਫੈਕਸ਼ਨ ਨਹੀਂ ਸੀ ਹੁੰਦੀ। ਮੈਨੂੰ ਲੱਗਦਾ ਸੀ ਨਹੀਂ ਇਹ ਬੱਚਿਆਂ ਤੋਂ ਬਿਯੋਂਡ ਹੈ ਨਾ। ਜੇ ਤੁਸੀਂ ਵਾਕਈ ਬੱਚਿਆਂ ਲਈ ਕੁਛ ਕਰਨਾ ਚਾਹੁੰਦੇ ਹੋ, ਅਤੇ ਮੈਂ ਦਿਨ ਰਾਤ ਕਰਕੇ ਬੁੱਕਸ ਲਿਖਣੀਆਂ ਸ਼ੁਰੂ ਕਰਤੀਆਂ, ਜਿਹੜੇ ਕਿ ਕਿਉਂਕਿ ਰੀਡਿੰਗ ਦੀ ਵੀ ਇੱਕ ਹੈਬਿਟ ਨਹੀਂ ਹੈ ਬੱਚਿਆਂ 'ਚ। +2 ਦੇ ਬੱਚਿਆਂ ਨੂੰ ਤੁਸੀਂ ਪੁੱਛੋ ਵੀ ਤੁਹਾਡੀ ਕਿਹੜੀ ਹੌਬੀ ਹੈ ਨਾ, ਤਾਂ ਰੀਡਿੰਗ ਕਦੇ ਹੌਬੀ ਦੀ ਲਿਸਟ 'ਚ ਨਹੀਂ ਆਉਂਦੀ ਹੈ ਨਾ। ਸੋ ਮੈਂ ਜਿਹੜੀਆਂ ਬੁੱਕਸ ਲਿਖੀਆਂ, ਅਤੇ ਇਹ ਮੈਂ ਆਇਲਟਸ ਰਿਲੇਟਡ ਟੋਪਿਕ ਹੀ ਲਿਖੇ,
ਕਿਉਂਕਿ ਈਵਨ ਐਸੇ ਰਾਈਟਿੰਗ ਹੈ ਜਿਹੜੀ ਉਹਦੇ ਵਿੱਚ ਬਹੁਤ ਟੌਪਿਕ ਹੈ, ਨੈਚੁਰਲੀ ਇਕਨੋਮਿਕਸ ਨਾਲ ਵੀ ਹੋ ਸਕਦੇ ਆ, ਸੋਸ਼ਲ ਟੌਪਿਕਸ ਵੀ ਹੈ, ਸਾਇੰਟੀਫਿਕ ਵੀ ਹੈ। ਅਤੇ ਬੱਚੇ ਜਿਹਨੇ ਬੁੱਕਸ ਸਿਲੇਬਸ ਤੋਂ ਬਾਹਰ ਹੀ ਨਹੀਂ ਗਿਆ, ਅਤੇ ਉਹ ਵੀ 2 ਸਾਲ ਤੁਹਾਨੂੰ ਪਤਾ ਕੋਵਿਡ ਦੇ ਵਿੱਚ ਬਿਲਕੁਲ ਹੀ ਕਿਤਾਬਾਂ ਵੀ ਨਹੀਂ ਪੜ੍ਹੀਆਂ, ਅਤੇ ਅਸੀਂ ਉਹਨਾਂ ਨੂੰ ਫਿਰ ਮੈਨੂੰ ਲੱਗਿਆ ਕਿ ਆਈ ਸ਼ੁੱਡ ਰਾਈਟ ਬੁੱਕਸ ਫॉर them, ਅਤੇ ਉਹਨਾਂ ਨੂੰ ਇਹੀ ਰੀਡਿੰਗ ਦੀ ਆਦਤ ਪਾਵਾਂ ਵੀ ਜਿੱਦਾਂ ਤੁਸੀਂ ਸੌਣ ਲੱਗੇ ਵੀ ਆਪਾਂ ਸਟੋਰੀ ਬੁੱਕਸ ਪੜ੍ਹਦੇ ਹਾਂ, ਕਿਉਂਕਿ ਅਨਫੋਰਚੂਨੇਟਲੀ ਆਪਣੇ ਇੱਥੇ ਇੰਨਾ ਕਲਚਰ ਨਹੀਂ ਹੈ ਰੀਡਿੰਗ ਦਾ। ਫਿਰ ਮੈਂ ਉਹਨਾਂ ਦੇ ਅਕੋਰਡਿੰਗਲੀ ਫੋਰਮੈਟਸ ਬਣਾ ਕੇ ਵੀ ਇਹ ਨਾਲ ਈਜ਼ੀ ਹੋਏਗਾ ਫੋਰਮੈਟ ਫੋਲੋ ਕਰਨਾ। ਅਤੇ ਗੋਡ ਇਜ਼ ਵੈਰੀ ਕਾਈਂਡ ਕਿ ਬੱਚੇ ਸਕਸੈਸਫੁਲ ਹੁੰਦੇ ਆ। ਸੋ ਜਿਹੜਾ ਆਖਰੀ ਪੜਾਅ ਇਸ ਗੱਲਬਾਤ ਦਾ ਕਿ ਆਫਟਰ ਰਿਟਾਇਰਮੈਂਟ ਬਹੁਤ ਸਾਰੇ ਅਸੀਂ ਉਹਨਾਂ ਲੋਕਾਂ ਨੂੰ ਮਿਲਦੇ ਹਾਂ ਜਿਵੇਂ ਇੰਟਰਵਿਊਜ਼ ਦੇ ਦੌਰਾਨ ਜਾਂ ਕੰਮ ਕਰਦੇ ਹੋਏ ਬਹੁਤ ਸਾਰੇ ਲੋਕਾਂ ਦੇ ਸੰਪਰਕ 'ਚ ਆਉਂਦੇ ਹਾਂ ਜਿਹੜੇ ਕਿ ਉਹ ਉਮਰ ਦੇ ਵਿੱਚ ਨੇ ਜਦੋਂ ਆਪਣੀ ਜੌਬ ਤੋਂ ਬਿਲਕੁਲ ਵਿਹਲੇ ਹੋ ਚੁੱਕੇ ਨੇ, ਅਤੇ ਕਈ ਤਾਂ ਕਹਿੰਦੇ ਨੇ ਕਿ ਇਹ ਸਾਡੀ ਜ਼ਿੰਦਗੀ ਦਾ ਗੋਲਡਨ ਟਾਈਮ ਆ, ਕਿ ਸਾਡੇ ਕੋਲ ਆਪਣੇ ਲਈ ਬਹੁਤ ਜ਼ਿਆਦਾ ਟਾਈਮ ਆ ਅਤੇ ਅਸੀਂ ਹੁਣ ਜੋ ਚੀਜ਼ਾਂ ਕਰਨੀਆਂ ਚਾਹੁੰਦੇ ਸੀ ਨੌਕਰੀ ਕਰਦਿਆਂ ਦੌਰਾਨ ਸਮਾਂ ਨਹੀਂ ਮਿਲਿਆ ਅਤੇ ਅਸੀਂ ਹੁਣ ਉਹ ਕਰ ਸਕਦੇ ਹਾਂ। ਪਰ ਬਹੁਤ ਸਾਰੇ ਉਹ ਲੋਕ ਵੀ ਮਿਲੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਰੀਏ ਵੀ ਪਹਿਲਾਂ ਫਿਕਸ ਹੁੰਦਾ ਸੀਗਾ ਕਿ 9 ਤੋਂ 5 ਜਾਂ 10 ਤੋਂ 6 ਤੁਸੀਂ ਜੌਬ ਕਰਨੀ ਆ, ਅਤੇ ਪਹਿਲਾਂ ਤੁਸੀਂ ਤਿਆਰ ਹੋਣਾ, ਸ਼ਾਮ ਨੂੰ ਆ ਕੇ ਬਸ ਤੁਸੀਂ ਫੈਮਿਲੀ ਨਾਲ ਥੋੜ੍ਹਾ ਟਾਈਮ ਸਪੈਂਡ ਕੀਤਾ, ਡਿਨਰ ਕੀਤਾ, ਤੁਸੀਂ ਸੌਂ ਗਏ। ਕਹਿੰਦੇ ਹੁਣ ਮਤਲਬ ਕਈ ਲੋਕ ਕਹਿੰਦੇ ਨੇ ਕਿ ਅਸੀਂ ਇਸ ਟੈਨਸ਼ਨ 'ਚ ਰਹਿੰਦੇ ਹਾਂ ਵੀ ਅਸੀਂ ਸਾਰਾ ਦਿਨ ਕਰੀਏ ਕੀ। ਉਹਨਾਂ ਨੂੰ ਵੀ ਤੁਸੀਂ ਥੋੜ੍ਹਾ ਬਹੁਤਾ ਗਾਈਡ ਕਰ ਸਕਦੇ ਹੋ? ਮੈਨੂੰ ਲੱਗਦਾ ਹੈ ਕਿ ਯੈਸ, ਗਾਈਡੈਂਸ ਹਰ ਇੱਕ ਦੀ ਆਪਣੇ ਅੰਦਰੋਂ ਆਉਂਦੀ ਹੈ, ਅਤੇ ਥੋਟ ਪ੍ਰੋਸੈਸ ਆਪਣਾ ਟ੍ਰੇਨ ਕਰਨਾ ਚਾਹੀਦਾ ਸ਼ੁਰੂ ਤੋਂ ਹੀ, ਰਾਈਟ ਫਰੋਮ ਡੇ 1। ਇਹ ਕੋਈ ਏਜ ਨਹੀਂ ਹੈ ਕਿ ਹੁਣੇ ਆਪਾਂ ਸ਼ੁਰੂ ਕਰੀਏ, ਛੋਟੇ ਬੱਚੇ ਤੋਂ ਹੀ ਆਪਾਂ ਨੂੰ ਟਾਈਮ ਦੀ ਯੂਟੀਲਾਈਜੇਸ਼ਨ ਅਤੇ ਇੰਪੋਰਟੈਂਸ ਤੁਹਾਡੀ ਕੀ ਹੈ, ਅਤੇ ਟਾਈਮ ਇਹੋ ਜਿਹੀ ਕਮੋਡਿਟੀ ਹੈ ਜਿਹੜੀ ਕਿ ਆਈ ਡੂ ਨਾਟ ਥਿੰਕ ਕਿ ਮੇਰੇ ਹਿਸਾਬ ਨਾਲ ਕਿ ਟਾਈਮ ਪਾਸ ਕਿੱਦਾਂ ਕਰੀਏ, ਹੈ ਨਾ। ਹੁੰਦੇ 24 ਆਵਰਸ ਹੈ, ਅਤੇ ਪਰ ਮੈਨੂੰ ਲੱਗਦਾ ਹੈ ਕਿ ਲਾਈਫ ਇੱਕ ਬੜਾ ਪਿਆਰੀ ਜੀ ਇੱਕ ਜਰਨੀ ਹੈ। ਅਤੇ ਯੈਸ, ਐਟੀਟਿਊਡ ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਕਿ ਜ਼ਮੀਨ ਹੈ ਨਾ, ਮਦਰ ਅਰਥ ਹੈ, ਉਹਦੇ 'ਚ ਦੇਖੋ ਕੁਛ ਵੀ ਉੱਗੇਗਾ, ਹੈ ਨਾ। ਜੇ ਉਹਨੂੰ ਤੁਸੀਂ ਥੋੜ੍ਹਾ ਜਿਹਾ ਧਿਆਨ ਨਹੀਂ ਦਿੱਤਾ ਤਾਂ ਵੀਡਸ ਵੀ ਉੱਗਣਗੀਆਂ, ਯੂਜ਼ਫੁਲ ਨਹੀਂ ਹੈ ਜਿਹੜੀਆਂ, ਹੈ ਨਾ। ਬਟ ਜੇ ਤੁਸੀਂ ਥੋੜ੍ਹਾ ਧਿਆਨ ਦੇ ਰਹੇ ਹੋ, ਉਹਦੇ ਵਿੱਚੋਂ ਹੀ ਫੁੱਲ ਵੀ ਉੱਗ ਰਹੇ ਨੇ, ਫਲ ਵੀ ਉੱਗ ਰਹੇ ਨੇ, ਫਸਲਾਂ ਵੀ ਉੱਗ ਰਹੀਆਂ, ਅਤੇ ਮਾਈਂਡ ਵੀ ਆਪਣਾ ਉਸੇ ਤਰ੍ਹਾਂ ਦਾ ਹੈ। ਆਈ ਥਿੰਕ ਮਾਈਂਡ ਇਜ਼ ਐਜ਼ ਫਰਟਾਈਲ ਜਿੱਦਾਂ ਮਦਰ ਅਰਥ ਹੈ, ਅਤੇ ਉਹਦੇ 'ਚ ਜੇ ਤੁਸੀਂ ਆਈਡੀਆਜ਼ ਹੀ ਪਹਿਲਾਂ ਹੀ ਦੇ ਕੇ ਚੱਲੇ ਹੋ ਕਿ ਰਿਟਾਇਰਮੈਂਟ ਆ ਗਈ, ਹੁਣ ਕੀ ਹੋਏਗਾ, ਅਤੇ ਨੈਚੁਰਲੀ ਉਹੀ ਥੋਟ ਗਰੋ ਕਰੇਗੀ, ਹੈ ਨਾ। ਅਤੇ ਜੇ ਆਪਾਂ ਉਹਦੇ ਵਿੱਚ ਅੱਛੇ ਸੀਡਸ ਪਾ ਰਹੇ ਹਾਂ, ਲਾਈਫ ਇਜ਼ ਬਿਊਟੀਫੁਲ। ਉਹਦਾ ਹਰ ਪੜਾਅ ਬੜਾ ਖੂਬਸੂਰਤ ਹੈ, ਬਚਪਨ ਤੋਂ ਲੈ ਕੇ ਆਖਰੀ ਸਾਹ ਤੱਕ। ਇੱਕ ਛੋਟੀ ਜੀ ਗੱਲ, ਸੌਰੀ ਮੈਂ ਤੁਹਾਨੂੰ ਕੱਟ ਰਹੀ ਹਾਂ, ਮਤਲਬ ਪੁੱਛਣਾ ਚਾਹੁੰਦੀ ਸੀ ਤੁਹਾਡੀ ਇਸੇ ਗੱਲ ਤੋਂ, ਜਿਵੇਂ ਕੁੜੀਆਂ ਕੋਲ ਬਹੁਤ ਸਾਰੇ ਰੀਜ਼ਨ ਹੁੰਦੇ ਹੈ ਨਾ। ਜੇ ਤੁਸੀਂ ਕੁੜੀ ਨਾਲ ਕਿਸੇ ਨਾਲ ਗੱਲ ਕਰੋਗੇ ਵੀ ਤੂੰ ਕੰਮ ਨਹੀਂ ਕੀਤਾ, ਤੂੰ ਤਾਂ ਇੰਨੀ ਪੜ੍ਹੀ ਹੋਈ ਸੀ, ਤੂੰ ਨੌਕਰੀ, ਉਹ ਕਹੋਗੇ ਵੀ ਉਸ ਵਕਤ ਮੇਰੇ ਬੱਚੇ ਛੋਟੇ ਸੀਗੇ, ਫਿਰ ਮੈਨੂੰ ਘਰੋਂ ਸਪੋਰਟ ਨਹੀਂ ਮਿਲੀ। ਮਤਲਬ ਕਈ ਰੀਜ਼ਨ ਤਾਂ ਸਾਨੂੰ ਪਤਾ ਹੁੰਦਾ ਕਿ ਅਸੀਂ ਇਹਨਾਂ ਤੋਂ ਬਾਹਰ ਨਿਕਲ ਸਕਦੇ ਸੀ, ਪਰ ਅਸੀਂ ਕਦੀ ਨਿਕਲੇ ਨਹੀਂ, ਹੈ ਨਾ। ਉਹ ਚੀਜ਼ਾਂ ਨੂੰ ਤੁਸੀਂ ਕ੍ਰਾਸ ਕਰਕੇ ਲੰਘਿਆ ਹੈ ਨਾ। ਫਿਰ ਇੱਕ ਚੀਜ਼ ਜਦੋਂ ਜਿਵੇਂ ਗੁਰਦੀਪ ਨੇ ਕਿਹਾ ਕਿ ਇਹ ਏਜ ਹੁੰਦੀ ਹੈ ਜਿੱਥੇ ਪਤਾ ਹੀ ਨਹੀਂ ਹੁੰਦਾ ਕਿ ਹੁਣ ਅਸੀਂ ਕਰੀਏ ਕਿ ਅਸੀਂ ਇੰਨੇ ਵਿਹਲੇ, ਹੈ ਨਾ। ਫਿਰ ਉੱਥੇ ਕੁੜੀਆਂ ਫਿਜ਼ੀਕਲ ਰੀਜ਼ਨ ਦੇਣ ਲੱਗ ਜਾਂਦੀਆਂ ਕਿ ਹੁਣ ਮੇਰੀ ਏਜ ਹੋ ਗਈ, ਮੈਂ ਬਹੁਤ ਥੱਕ ਗਈ। ਤੁਹਾਨੂੰ ਲੱਗਦਾ ਕਿ ਰਿਟਾਇਰਮੈਂਟ ਤੋਂ ਬਾਅਦ ਤਾਂ ਸਗੋਂ ਜ਼ਿਆਦਾ ਸਮਾਂ ਹੁੰਦਾ ਕਿ ਜਿਹੜੀਆਂ ਹੌਬੀਜ਼ ਤੁਸੀਂ ਨਹੀਂ ਪੂਰੀਆਂ ਕਰ ਸਕੇ, ਤੁਹਾਡੇ ਕੋਲ ਉਹਦੇ ਲਈ ਵੀ ਟਾਈਮ ਹੈ? ਬਿਲਕੁਲ, ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਗੁਰਦੀਪ ਨੇ ਕਿਹਾ ਕਿ ਗੋਲਡਨ ਪੀਰੀਅਡ ਹੈ। ਆਈ ਥਿੰਕ ਸਾਰੇ ਪੀਰੀਅਡਸ ਗੋਲਡਨ ਨੇ, ਹੈ ਨਾ। ਅਤੇ ਅਗੇਨ ਰਿਟਾਇਰਮੈਂਟ ਹੈ ਕੀ ਹੈ ਨਾ। ਇੱਕ ਵਰਡ ਅਸੀਂ ਬਣਾ ਲਿਆ, ਹੈ ਨਾ, ਰਿਟਾਇਰਮੈਂਟ। ਕਿਸ ਚੀਜ਼ ਤੋਂ ਰਿਟਾਇਰਮੈਂਟ, ਹੈ ਨਾ। ਰਿਟਾਇਰਮੈਂਟ ਮੇਰੇ ਹਿਸਾਬ ਨਾਲ ਅਸਲੀ ਰਿਟਾਇਰਮੈਂਟ ਉਹ ਹੋਏਗੀ ਜਦੋਂ ਆਪਾਂ ਆਪਣੀ ਨੈਗੇਟਿਵਿਟੀ ਤੋਂ ਰਿਟਾਇਰ ਹੋ ਗਏ, ਹੈ ਨਾ। ਸੋ ਪੋਜ਼ੀਟਿਵਿਟੀ ਲਈ ਕੋਈ ਰਿਟਾਇਰਮੈਂਟ ਏਜ ਨਹੀਂ ਹੈ ਨਾ। ਸਾਰੀ ਕਿਸ ਚੀਜ਼ ਤੋਂ ਰਿਟਾਇਰ ਹੋ ਸਕਦੇ ਹੋ ਤੁਸੀਂ? ਸਾਹ ਲੈਣਾ ਨਹੀਂ ਛੱਡ ਰਹੇ, ਹੈ ਨਾ। ਸੋ ਖਾਣਾ ਪੀਣਾ ਨਹੀਂ ਛੱਡ ਰਹੇ, ਤਾਂ ਰਿਟਾਇਰਮੈਂਟ ਕਿਸ ਚੀਜ਼ ਤੋਂ? ਸੋ ਇਟਸ ਜਸਟ ਅ ਮੈਂਟਲ ਐਟੀਟਿਊਡ, ਹੈ ਨਾ। ਵੀ 60 ਸਾਲ ਦੇ ਹੋ ਗਏ, ਹੁਣ ਕ੍ਰੋਸ ਹੈ ਜੀ, ਹੁਣ ਤਾਂ ਬਸ
ਬੈੱਡ ਤੇ ਟਾਈਮ ਬੀਤੇਗਾ ਹਾਂ ਐਂਡ ਬੋਡੀ ਨੇ ਦੇਖੋ ਆਪਣਾ ਐਕਟ ਕਰਨਾ ਹੈ ਏਜ ਦੇ ਨਾਲ ਬੋਡੀ ਨੇ ਬਜ਼ੁਰਗ ਵੀ ਹੋਣਾ ਏਜ ਨੇ ਤੁਹਾਡੀ ਬੋਡੀ ਨੂੰ ਵੀਕ ਵੀ ਕਰਨਾ that should also be accepted very gracefully ਵੀ ਹਾਂ ਠੀਕ ਹੈ ਗੋਡੇ ਖੜ ਰਹੇ ਆ ਕੋਈ ਗੱਲ ਨਹੀਂ ਉਹਦਾ ਇਲਾਜ ਕਰੋ ਹੈ ਨਾ ਡਾਇਟ ਠੀਕ ਕਰੀਏ ਆਪਾਂ ਖੁਸ਼ ਰਹੀਏ ਐਟਲੀਸਟ ਜਿਹੜੀ ਮੈਂਟਲ ਸਟੇਟ ਹੈ ਉਹ ਸਾਡੇ ਆਪਣੇ ਹੱਥ 'ਚ ਹੈ ਜੇ ਫਿਜ਼ੀਕਲ ਨਹੀਂ ਵੀ ਸਾਡੇ ਹੱਥ 'ਚ ਤਾਂ ਐਟਲੀਸਟ ਆਪਾਂ ਪੋਜ਼ਿਟਿਵ ਰਹੀਏ ਤਾਂ ਆਈ ਥਿੰਕ ਰਿਟਾਇਰਮੈਂਟ ਨਾਮ ਦੀ ਕੋਈ ਚੀਜ਼ ਇਟਸ ਜਸਟ ਅ ਵਰਡ ਜਿਵੇਂ ਤੁਸੀਂ ਕਹਿੰਦੇ ਹੁੰਦੇ ਕਿ ਮਾਈਂਡ ਦੀ ਟ੍ਰੇਨਿੰਗ ਹੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਊਗੀ ਤੁਸੀਂ ਕਰਨਾ ਕੀ ਆ। ਸਾਡੇ ਇੱਕ ਜਾਣਕਾਰ ਨੇ ਤਾਂ 50 ਸਾਲ ਦੀ ਉਮਰ 'ਚ ਜਾ ਕੇ ਉਹਨਾਂ ਨੂੰ ਫੁਰਨਾ ਫੁਰਿਆ ਕਿ ਮੈਨੂੰ ਪਰਸ਼ੀਅਨ ਸਿੱਖਣੀ ਚਾਹੀਦੀ ਆ ਵਾਈ ਨਾਟ ਹਾਂ ਬਿਲਕੁਲ ਠੀਕ ਹੈ ਤੇ ਉਹ ਮਤਲਬ ਉਹਨਾਂ ਦੇ ਥਾਟ ਨਾਲ ਸਾਡਾ ਵੀ ਬੜਾ ਜੀ ਲੱਗਿਆ ਅਸੀਂ ਵੀ ਇਨਸਪਾਇਰ ਹੋਏ ਵੀ ਠੀਕ ਆ ਲੈਂਗੁਏਜ ਵੀ ਕਿਸੇ ਉਮਰ 'ਚ ਜਾ ਕੇ ਸਿੱਖੀ ਜਾ ਸਕਦੀ ਆ। ਤੇ ਕਈ ਵਾਰੀ ਇਹ ਵੀ ਹੁੰਦਾ ਕਿ ਆਪਾਂ ਉਮਰ ਦੇ ਹਿਸਾਬ ਨਾਲ ਨਾ ਚੀਜ਼ਾਂ ਵੰਡ ਲੈਂਦੇ ਆ ਕਿ ਹੁਣ ਥੋੜੀ ਉਮਰ ਰਹੀ ਜਾਂ ਹੁਣ ਨਹੀਂ ਮੈਂ ਕਰ ਸਕਦਾ। ਜਿੱਦਾਂ ਬਚਿੰਤ ਕੌਰ ਹੁਣੀ ਨੇ ਉਹਨਾਂ ਨੇ ਕਿੰਨੀ ਉਮਰ 'ਚ ਜਾ ਕੇ ਉਹਨਾਂ ਨੇ ਆਪਣੀ ਪੜ੍ਹਾਈ ਨਰਸਿੰਗ ਕੀਤੀ ਹੈ ਨਾ। ਸੋ ਆਫਟਰ ਰਿਟਾਇਰਮੈਂਟ ਮੈਨੂੰ ਲੱਗਦਾ ਜਿਨ੍ਹਾਂ ਨੂੰ ਪੜ੍ਹਨ ਦਾ ਵੀ ਬਹੁਤਾ ਮੌਕਾ ਨਹੀਂ ਮਿਲਿਆ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਟਰੈਵਲਿੰਗ ਦਾ ਸ਼ੌਂਕ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਨਵੀਂ ਹੋਰ ਭਾਸ਼ਾ ਸਿੱਖਣੀ ਚਾਹੁੰਦੇ ਹੋ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਇੱਦਾਂ ਦੀਆਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਐਂਡ ਆਪਣੇ ਆਪ ਨੂੰ ਬਿਜ਼ੀ ਕਰ ਸਕਦੇ ਹੋ। ਮੈਂ ਇੱਕ ਛੋਟੀ ਜਿਹੀ ਗੱਲ ਪੁੱਛੀ ਨੇ ਤੁਹਾਨੂੰ ਤੁਸੀਂ ਕਿੰਨੇ ਘੰਟੇ ਦਿਨ 'ਚ ਕੰਮ ਕਰਦੇ ਹੋ ਇਸ ਹੁਣ ਆਪਾਂ ਕੰਮ ਕਿਸ ਚੀਜ਼ ਨੂੰ ਕਵਾਂਗੇ ਫੋਰ ਐਗਜ਼ਾਮਪਲ ਜੇ ਆਪਾਂ ਕਹੀਏ ਕਿ ਸੈਂਟਰ ਰਿਲੇਟਡ ਜਾਂ ਰਾਈਟਿੰਗ ਜਾਂ ਪੇਂਟਿੰਗ ਜਾਂ ਕੁਕਿੰਗ ਕਿਸ ਚੀਜ਼ ਨੂੰ ਕੰਮ ਕਵਾਂਗੇ ਪਹਿਲਾਂ ਇਹ ਡਿਫਾਈਨ ਕਰਾਂ ਮਤਲਬ ਕਿੰਨੇ ਘੰਟੇ ਖੁਦ ਨੂੰ ਕਿ ਹਾਂ ਮੈਂ ਇਹ ਘਰ ਲਈ ਮੇਰੇ ਸੈਂਟਰ ਲਈ ਜਾਂ ਖੁਦ ਲਈ ਮੇਰੇ ਇਹ ਇੰਗੇਜ ਰਹਿੰਦੇ ਮੈਨੂੰ ਇਦਾਂ ਲੱਗਦਾ ਰੁਪਿੰਦਰ ਕਿ ਆਈ ਥਿੰਕ ਜੋ ਵੀ ਮੈਂ ਕਰਦੀ ਹਾਂ ਹੈ ਨਾ ਚਾਹੇ ਜੇ ਉਹਨੂੰ ਤੁਸੀਂ ਪ੍ਰੋਫੈਸ਼ਨਲ ਜੋੜ ਲਓ ਇਟ ਇਜ਼ ਮੀ ਹੈ ਨਾ ਉਹ ਵੀ ਮੈਂ ਹੀ ਹਾਂ ਮੈਂ ਆਪਣਾ ਹੀ ਕੰਮ ਕਰ ਰਹੀ ਹਾਂ ਹੈ ਨਾ ਅਤੇ ਜਦੋਂ ਉਹ ਫਰਕ ਖਤਮ ਹੋ ਜਾਂਦਾ ਕਿ ਇਹ ਮੇਰਾ ਪ੍ਰੋਫੈਸ਼ਨ ਦਾ ਕੰਮ ਹੈ ਇਹ ਮੇਰਾ ਘਰ ਦਾ ਕੰਮ ਹੈ ਆਈ ਥਿੰਕ ਉਦੋਂ ਇੱਕ ਅਲੱਗ ਤਰ੍ਹਾਂ ਦੀ ਹੈਪੀਨੈਸ ਸ਼ੁਰੂ ਹੁੰਦੀ ਹੈ ਜਦੋਂ ਕੋਈ ਡਿਸਟਿੰਕਸ਼ਨ ਨਹੀਂ ਹੈ ਕਿ ਨਾਓ ਇਟ ਇਜ਼ ਮੀ ਟਾਈਮ ਅੱਜ ਕੱਲ੍ਹ ਇੱਕ ਬੜਾ ਫਰੇਜ਼ ਚੱਲਦਾ ਕਿ ਹੁਣ ਮੇਰਾ ਟਾਈਮ ਹੈ ਕਿ ਮੈਂ ਹੁਣ ਐਵਰੀਥਿੰਗ ਯੂ ਡੂ ਹੈ ਨਾ ਆਈ ਡੂ ਨਾਟ ਥਿੰਕ ਵੀ ਉਹ ਕੋਈ ਬੋਝ ਹੈ ਨਾ ਜੇ ਤੁਹਾਨੂੰ ਆਪਣੇ ਕੰਮ ਨਾਲ ਪਿਆਰ ਹੈ ਆਈ ਥਿੰਕ ਤਾਂ ਦੇਰ ਇਜ਼ ਨੋ ਐਂਡ ਤੇ ਮੈਨੂੰ ਲੱਗਦਾ ਹੀ ਨਹੀਂ ਵੀ ਮੈਂ ਕੰਮ ਫਿਰ ਤੁਸੀਂ ਘੰਟੇ ਨਹੀਂ ਗਿਣਦੇ ਘੰਟੇ ਗਿਣੇ ਨਹੀਂ ਜਾਂਦੇ ਐਕਚੁਅਲੀ ਹੈ ਨਾ ਜਦੋਂ ਬੱਚਿਆਂ ਦੇ ਸਮਾਈਲਿੰਗ ਫੇਸਿਸ ਜਦੋਂ ਬੱਚਿਆਂ ਦੇ ਆਈ ਮੀਨ ਕੌਨਫੀਡੈਂਸ ਲੈਵਲ ਵੱਧਦਾ ਹੈ ਅਤੇ ਤੁਹਾਡੇ ਨਾਲ ਨੈਚੁਰਲੀ ਤੁਹਾਡੀ ਮਦਰ ਟੰਗ ਤੋਂ ਇਲਾਵਾ ਸੀ ਅਗੇਨ ਆਪਾਂ ਨੂੰ ਅੱਜ ਕੱਲ੍ਹ ਮਲਟੀਲਿੰਗੁਅਲ ਹੋਣ ਦੇ ਬੜੇ ਫਾਇਦੇ ਹੈ ਅਤੇ ਜਦੋਂ ਉਹ ਗੱਲ ਕਰਦੇ ਆ ਕਿ ਅਪਾਰਟ ਫਰੋਮ ਪੰਜਾਬੀ ਹਿੰਦੀ ਤਾਂ ਬੜਾ ਮਜ਼ਾ ਆਉਂਦਾ ਅਤੇ ਇਹ ਉਹ ਵੀ ਸ਼ੋਅ ਕਰਦੇ ਜਿੱਦਾਂ ਤੁਸੀਂ ਕਿਹਾ ਪਰਸ਼ੀਅਨ ਕਿ ਮੈਮ ਹੁਣ ਅਸੀਂ ਅਗਲੀ ਲੈਂਗੁਏਜ ਜਿਹੜੀ ਆ ਫਰੈਂਚ ਸਿੱਖਣੀ ਆ ਸੋ ਇਹ ਵਾਲਾ ਜਿਹੜਾ ਕੌਨਫੀਡੈਂਸ ਹੈ ਉਹ ਤੁਹਾਨੂੰ ਉਸ ਬੈਰੀਅਰ ਨੂੰ ਖ਼ਤਮ ਕਰ ਦਿੰਦਾ ਵੀ ਤੁਸੀਂ ਕੰਮ ਕਰ ਰਹੇ ਹੋ ਜਾਂ ਇਟਸ ਮੀ ਟਾਈਮ ਅਤੇ ਮੇਰੇ ਲਈ ਮੈਨੂੰ ਲੱਗਦਾ ਇਟਸ ਆਲਵੇਜ਼ ਮੀ ਟਾਈਮ ਕਈ ਵਾਰੀ ਮੈਂ ਇੱਥੇ ਲਿਖਦੀ ਦਿਲ ਕਰਦਾ ਤਾਂ ਮੈਂ ਆਪਣੀ ਪੇਂਟਿੰਗ ਵੀ ਚੁੱਕ ਲਿਆਉਂਦੀ ਹਾਂ ਹੈ ਨਾ ਸੋ ਆਈ ਥਿੰਕ ਦੇਰ ਇਜ਼ ਨੋ ਡਿਸਟਿੰਕਸ਼ਨ ਜੇ ਕੁਕਿੰਗ ਵੀ ਕਰ ਰਹੀ ਹਾਂ ਜਾਂ ਕੁਛ ਵੀ ਕਰ ਰਹੀ ਹਾਂ ਇਟਸ ਮੀ ਜੇ ਉਹਦੇ 'ਚ ਤੁਸੀਂ 100% ਪਾ ਲੈਂਦੇ ਹੋ ਤਾਂ ਆਈ ਥਿੰਕ ਉਹਦੇ 'ਚ ਕੋਈ ਡਿਸਟਿੰਕਸ਼ਨ ਨਹੀਂ ਰਹਿ ਜਾਂਦੀ। ਸੋ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਸਾਡੇ ਨਾਲ ਗੱਲ ਕੀਤੀ ਪਰ ਅਖੀਰ ਤੇ ਮੈਂ ਚਾਹੂੰਗੀ ਕਿਉਂਕਿ ਤੁਸੀਂ ਆਇਲਸ ਸੈਂਟਰ ਚਲਾ ਰਹੇ ਹੋ ਬੱਚਿਆਂ ਨੂੰ ਟ੍ਰੇਨ ਕਰਦੇ ਹੋ ਜਿਹੜੇ ਬੱਚੇ ਇਸ ਟਾਈਮ ਕਰ ਰਹੇ ਨੇ ਆਇਲਸ ਕਿਉਂਕਿ ਵੈਸੇ ਤਾਂ ਨਹੀਂ ਚੰਗਾ ਲੱਗਦਾ ਕਿ ਸਾਡੇ ਬੱਚੇ ਉੱਧਰ ਬ੍ਰੇਨ ਪਰ ਜਿਵੇਂ ਤੁਸੀਂ ਕਿਹਾ ਕਿ ਹਰ ਇੱਕ ਦਾ ਹੱਕ ਆ ਕਿ ਅਗਰ ਉਹ ਜਾਣਾ ਚਾਹੁੰਦੇ ਨੇਗੇ ਪਰ ਫਿਰ ਵੀ ਜੇ ਉਹ ਜਾ ਰਹੇ ਨੇਗੇ ਤਾਂ ਤੁਸੀਂ ਉਹਨਾਂ ਨੂੰ ਕੀ ਗਾਈਡੈਂਸ ਦੇਣੀ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਇਲਸ ਕਰਨ ਤੋਂ ਪਹਿਲਾਂ ਤੁਹਾਡੇ ਧਿਆਨ 'ਚ ਹੋਣੀਆਂ ਚਾਹੀਦੀਆਂ ਨੇ ਅਤੇ ਜੇ ਆਇਲਸ ਕਰਨ ਤੋਂ ਬਾਅਦ ਤੁਸੀਂ ਬਾਹਰ ਜਾਣਾ ਮੇਥੀ ਲਈ ਕਿ ਮੈਂ ਜਾਣਾ ਹੀ ਬਾਹਰ ਜਾਣ ਲਈ ਉਹ ਆਇਲਸ ਕਰ ਰਿਹਾ ਤਾਂ ਉਹਦੇ ਲਈ ਕਿਹੜੀਆਂ ਚੀਜ਼ਾਂ ਹਮੇਸ਼ਾ ਤੁਹਾਡੇ ਧਿਆਨ 'ਚ ਹੋਣੀਆਂ ਚਾਹੀਦੀਆਂ ਨੇ? ਸਭ ਤੋਂ ਵੱਡਾ ਮੈਨੂੰ ਲੱਗਦਾ ਹੁੰਦਾ ਹੈ ਕਿ ਗਰਾਊਂਡਡ ਰਹਿਣਾ ਕੌਨਫੀਡੈਂਟ ਹੋਣਾ ਐਂਡ ਰੀਅਲ ਪਰਪਸ ਦੀ ਪਹਿਚਾਣ ਹੋਣਾ ਕਿ ਮੈਂ ਜੇ ਬਾਹਰ ਵੀ ਜਾਣਾ ਤਾਂ ਕਿਉਂ ਜਾਣਾ ਠੀਕ ਹੈ ਅਤੇ ਬਾਹਰ ਜਾ ਕੇ ਸਿਰਫ ਮੈਂ ਪੜ੍ਹ ਕੇ ਵਾਪਸ ਵੀ ਆਉਣਾ ਤਾਂ ਮੈਂ ਇੱਥੇ ਆ ਕੇ ਕੀ ਕੰਟਰੀਬਿਊਟ ਕਰਨਾ ਆਪਣੇ ਕੰਟਰੀ ਲਈ ਅਤੇ ਇਹ ਬੜਾ ਪਰਪਸ ਕਲੀਅਰ ਹੋਣਾ ਚਾਹੀਦਾ ਇਹ ਮਤਲਬ ਵੇਗ ਨਹੀਂ ਹੋਣਾ ਚਾਹੀਦਾ ਕਿ ਜਸਟ ਹਾਂ ਆਇਲਸ ਕਰ ਲਈ ਵੀਜ਼ਾ ਲੱਗ ਗਿਆ ਅਤੇ ਚਲੇ ਗਏ ਨੋ ਪਰਪਸ ਬਹੁਤ ਕਲੀਅਰ ਹੋਏ ਉਹਨਾਂ ਦਾ ਅਤੇ
ਅੱਜ ਕੱਲ੍ਹ ਦੇ ਵਰਡ ਦੇ ਵਿੱਚ ਐਕਸਪੋਜ਼ਰ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਂ ਬਹੁਤ ਰਿਕਮੈਂਡ ਕਰਦੀ ਹਾਂ ਕਿ ਜਿੰਨਾ ਤੁਸੀਂ ਪੜ੍ਹ ਸਕਦੇ ਹੋ ਤੇ ਜਿੰਨਾ ਆਪਣੇ ਗੈਜਟਸ ਤੋਂ ਦੂਰ ਰਹਿ ਸਕਦੇ ਹੋ, ਹੈ ਨਾ, ਜਿਹੜੇ ਮੋਬਾਈਲ ਫੋਨ ਤੇ ਓਵਰ ਡਿਪੈਂਡੈਂਸ ਉਹ ਸਾਡੀ ਸੁਸਾਇਟੀ ਨੂੰ ਕਾਫੀ ਖਰਾਬ ਕਰ ਰਹੀ ਹੈ ਤੇ ਉਹਦਾ ਵੀ ਯੂਜ਼ ਕਰਨਾ ਤਾਂ ਪੋਜ਼ਿਟਿਵ ਕੰਮ ਲਈ ਕਰਨਾ ਹੈਗਾ ਤੇ ਫੋਕਸ ਸ਼ੁੱਡ ਬੀ ਕਲੀਅਰ। ਜਿੱਥੇ ਵੀ ਰਹਿਣਾ ਤੁਸੀਂ, ਇੰਡੀਆ ਦੇ ਵਿੱਚ ਜਾਂ ਅਬਰੋਡ, ਪਰ ਫੋਕਸ ਜ਼ਰੂਰ ਹੋਣਾ ਚਾਹੀਦਾ। ਲਾਈਫ ਜਿਹੜੀ ਹੈਗੀ ਆ, ਇਟ ਇਜ਼ ਟੂ ਪ੍ਰੈਸ਼ੀਅਸ ਕਿ ਇਹਨੂੰ ਆਪਾਂ ਵੇਸਟ ਨਹੀਂ ਕਰ ਸਕਦੇ ਵੀ ਉੱਥੇ ਜਾ ਕੇ ਸੋਚੀਏ ਵੀ ਇਹ ਕੀ ਹੋ ਗਿਆ ਜਾਂ ਇੱਥੇ ਪਛਤਾਉਂਦੇ ਰਹੀਏ ਇੱਦਾਂ ਕਿਉਂ ਨਹੀਂ ਕੀਤਾ। ਨੋ, ਵੀ ਸ਼ੁੱਡ ਬੀ ਕਲੀਅਰ ਔਰ ਐਕਸੈਪਟੈਂਸ ਦੇ ਵਿੱਚ ਰਹਿਣਾ ਚਾਹੀਦਾ ਹਮੇਸ਼ਾ। ਸੋ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਗੱਲ ਤੇ ਗੱਲ ਦੇ ਇਸ ਐਪੀਸੋਡ ਦਾ ਹਿੱਸਾ ਬਣਨ ਲਈ। ਇੰਨਾ ਸਾਰਾ ਸਮਾਂ ਤੇ ਬਹੁਤ ਸਾਰੀਆਂ ਤਜਰਬੇ ਵਾਲੀਆਂ ਗੱਲਾਂ, ਜਾਂ ਹੋ ਸਕਦਾ ਕਿ ਤੁਹਾਡੀਆਂ ਗੱਲਾਂ ਦੇ ਵਿੱਚੋਂ ਕੋਈ ਇੱਕ ਸਟੂਡੈਂਟ ਜਾਂ ਕੋਈ ਪੇਰੈਂਟ ਜਾਂ ਕੋਈ ਰਿਟਾਇਰਡ ਹੋਇਆ ਬੰਦਾ ਇਸ ਮੁਲਾਕਾਤ ਤੋਂ ਜਾਂ ਇਸ ਗੱਲਬਾਤ ਤੋਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਸੇਧ ਮਿਲ ਸਕੇ, ਕੋਈ ਡਾਇਰੈਕਸ਼ਨ ਮਿਲ ਸਕੇ। ਥੈਂਕ ਯੂ ਸੋ ਮਚ। ਮੈਨੂੰ ਲੱਗਦਾ ਕਿ ਆਪਣਾ ਤਿੰਨਾਂ ਦਾ ਇੱਦਾਂ ਬੈਠ ਕੇ ਗੱਲਬਾਤ ਕਰਨਾ ਆਪਣੇ ਆਪ ਦੇ ਵਿੱਚ, ਆਈ ਥਿੰਕ ਜਦੋਂ ਆਪਾਂ ਇੱਕ ਦੂਸਰੇ ਨਾਲ ਗੱਲ ਕਰਦੇ ਹਾਂ ਤਾਂ ਬਹੁਤ ਇੱਕ ਦੂਸਰੇ ਤੋਂ ਸਿੱਖਦੇ ਹਾਂ ਤੇ ਮੈਨੂੰ ਲੱਗਦਾ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਅੱਜ। ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ ਸਾਡੇ ਨਾਲ ਗੱਲ ਤੇ ਗੱਲ ਦੇ ਅੱਜ ਦੇ ਐਪੀਸੋਡ ਦੇ ਵਿੱਚ ਮੈਡਮ ਪੁਨੀਤ ਸੋਢੀ ਹੋਰੀ। ਉਮੀਦ ਹੈ ਕਿ ਉਹਨਾਂ ਦੇ ਨਾਲ ਹੋਈ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਆਪਣਾ ਫੀਡਬੈਕ ਹਮੇਸ਼ਾ ਦੀ ਤਰ੍ਹਾਂ ਸਾਨੂੰ ਭੇਜਦੇ ਰਹੋ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਹੋਰਾਂ ਨੂੰ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।